ਬੱਚਿਓ ਆਪਾਂ 7ਵੀਂ ਕਲਾਸ ਦਾ ਜਿਹੜਾ ਆਪਣਾ ਸਾਇੰਸ ਵਿਸ਼ੇ ਦਾ ਅਗਲਾ ਪਾਠ ਹੈ ਜਿਸ ਦਾ ਨਾਮ ਹੈ ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ। ਭਾਵ ਬਹੁਤ ਸਾਰੇ ਪਦਾਰਥਾਂ ਦਾ ਜਿਹੜਾ ਆਦਾਨ ਪ੍ਰਦਾਨ ਜੰਤੂਆਂ ਅਤੇ ਪੌਦਿਆਂ 'ਚ ਹੁੰਦਾ ਹੈ ਉਹਦੇ ਬਾਰੇ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਇਹ ਵੀ ਆਪਾਂ ਗੱਲ ਜਾਣਦੇ ਹਾਂ ਕਿ ਆਪਾਂ ਵੀ ਜਾਂ ਕੋਈ ਵੀ ਜੰਤੂ ਜੀਵ ਜੰਤੂ ਜਿਹੜਾ ਹੈ ਉਹ ਪਰਿਵਹਨ ਕੀਤੇ ਬਿਨਾਂ ਆਪਣੀ ਜ਼ਰੂਰਤ ਨੂੰ ਪੂਰਾ ਨਹੀਂ ਕਰ ਸਕਦਾ। ਉਸੇ ਤਰ੍ਹਾਂ ਹੀ ਆਪਣੇ ਸਰੀਰ ਵਿੱਚ ਵੀ ਪਰਿਵਹਨ ਹੁੰਦਾ। ਪਰਿਵਹਨ ਕਿਹਦਾ? ਲਹੂ ਦਾ। ਤੋ ਲਹੂ ਦਾ ਪਰਿਵਹਨ ਜਿਹੜਾ ਹੈਗਾ ਉਹ ਸ਼ੁਰੂ ਆਪਣੇ ਦਿਲ ਤੋਂ ਹੁੰਦਾ। ਤੋ ਇਹ ਸਾਰੇ ਬਾਰੇ ਆਪਾਂ ਦੇਖਾਂਗੇ, ਪਰ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਪਰਿਵਹਨ ਜੀਵਾਂ ਦੇ ਸਰੀਰ ਵਿੱਚ ਕਾਹਦੇ ਲਈ ਹੁੰਦਾ ਹੈ? ਭੋਜਨ, ਪਾਣੀ ਅਤੇ ਆਕਸੀਜਨ ਦੀ ਪੂਰਤੀ ਲਈ। ਇਹਦੇ ਨਾਲ ਨਾਲ ਬਹੁਤ ਸਾਰੇ ਫਾਲਤੂ ਪਦਾਰਥਾਂ ਨੂੰ ਸਰੀਰ 'ਚੋਂ ਬਾਹਰ ਕੱਢਿਆ ਜਾਂਦਾ ਹੈ, ਉਹ ਵੀ ਇਸੇ ਪ੍ਰਣਾਲੀਆਂ ਦੇ ਨਾਲ ਹੀ ਸੰਭਵ ਹੁੰਦਾ ਹੈ। ਤਾਂ ਇਹ ਜਿਹੜੀ ਪ੍ਰਣਾਲੀ ਇਹ ਪਰਿਵਹਨ ਕਰਨ ਦੇ ਵਿੱਚ ਮੁੱਖ ਰੂਪ ਵਿੱਚ ਆਪਣਾ ਰੋਲ ਅਦਾ ਕਰਦੀ ਹੈਗੀ ਹੈ ਮਨੁੱਖੀ ਸਰੀਰ ਦੇ ਵਿੱਚ, ਉਸ ਨੂੰ ਆਪਾਂ ਕਹਿੰਦੇ ਹਾਂ ਲਹੂ ਗੇੜ ਪ੍ਰਣਾਲੀ। ਤਾਂ ਇਹ ਜਿਹੜੀ ਲਹੂ ਗੇੜ ਪ੍ਰਣਾਲੀ ਆਪਣੀ ਹੈਗੀ ਹੈ ਇਹਦੇ ਕੁਝ ਹਿੱਸੇ ਹੈਗੇ ਆ ਜਿਸ ਵਿੱਚ ਆਪਾਂ ਸਭ ਤੋਂ ਪਹਿਲਾਂ ਖੂਨ ਬਾਰੇ ਪੜ੍ਹਾਂਗੇ, ਫਿਰ ਆਪਾਂ ਇਸ ਵਿੱਚ ਖੂਨ ਦੀਆਂ ਜਿਹੜੀਆਂ ਵਹਿਣੀਆਂ ਬਾਰੇ ਪੜ੍ਹਾਂਗੇ, ਅਤੇ ਮੁੱਖ ਰੂਪ ਵਿੱਚ ਜਿਹੜਾ ਇਸ ਵਿੱਚ ਰੋਲ ਅਦਾ ਕਰਦਾ ਹੈਗਾ ਉਹ ਹੈਗਾ ਦਿਲ। ਇਹਦੇ ਬਾਰੇ ਵੀ ਆਪਾਂ ਬਾਅਦ ਦੇ ਵਿੱਚ ਪੜ੍ਹਨਾ ਹੈਗਾ। ਇਹ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਜਿਹੜੀਆਂ ਪਰਿਵਹਨ ਸੰਭਵ ਬਣਾਉਂਦੀਆਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਲਹੂ ਬਾਰੇ ਦੱਸਾਂਗਾ। ਲਹੂ ਜਾਂ ਜਿਹਨੂੰ ਆਪਾਂ ਖੂਨ ਵੀ ਕਹਿੰਦੇ ਹਾਂ, ਇਹ ਇੱਕ ਤਰਲ ਹੈ ਜਿਹੜਾ ਕਿ ਆਪਣੇ ਪੂਰੇ ਸਰੀਰ ਦੇ ਵਿੱਚ ਪਰਿਵਾਹਿਤ ਹੁੰਦਾ ਰਹਿੰਦਾ ਹੈ, ਦਿਲ ਤੋਂ ਆਪਣੇ ਦਿਮਾਗ ਤੱਕ ਵੀ, ਦਿਲ ਤੋਂ ਲੈ ਕੇ ਆਪਣੀਆਂ ਬਾਹਾਂ ਦੇ ਸਿਰਿਆਂ ਤੱਕ ਅਤੇ ਪੈਰ ਦੇ ਐਂਡ ਤੱਕ ਲਹੂ ਜਿਹੜਾ ਵਗਦਾ ਹੈ। ਇਸ ਦਾ ਮਕਸਦ ਹੈ ਇਹ ਖੂਨ ਇੱਕ ਅਜਿਹਾ ਦਰਵ ਹੈ ਜੋ ਆਪਣੇ ਵਿੱਚ ਜਿੰਨੇ ਵੀ ਪਦਾਰਥ ਸਰੀਰ ਦੇ ਵਿੱਚ ਇੱਕ ਸਿਰੇ ਤੋਂ ਦੂਸਰੇ ਤੱਕ ਚਾਹੀਦੇ ਆ ਉਹਨਾਂ ਸਾਰਿਆਂ ਨੂੰ ਆਪਣੇ ਵਿੱਚ ਲੈ ਕੇ ਜਾਂਦਾ ਹੈ, ਨਾਲ ਘੋਲ ਕੇ ਲੈ ਜਾਂਦਾ ਉਸ ਤੋਂ। ਈਵਨ ਜਿਹੜਾ ਆਪਣੇ ਭੋਜਨ ਪਚਨਸ਼ੀਲ ਹਾਲਾਤ ਵਿੱਚ ਬਦਲ ਜਾਂਦਾ ਛੋਟੀਆਂ ਅੰਦਰਾਂ ਦੇ ਵਿੱਚ, ਉਹ ਵਾਲਾ ਪਚਿਆ ਹੋਇਆ ਭੋਜਨ ਵੀ ਲਹੂ ਦੀਆਂ ਕੋਸ਼ਿਕਾਵਾਂ ਰਾਹੀਂ ਸਰੀਰ ਦੇ ਇਕੱਲੇ ਸੈੱਲ ਤੱਕ ਜਾਂਦਾ ਅਤੇ ਇਕੱਲਾ ਸੈੱਲ ਜਿਹੜੇ ਫਾਲਤੂ ਪਦਾਰਥ ਪੈਦਾ ਕਰਦਾ ਹੈ ਉਹ ਵੀ ਲਹੂ ਵਿੱਚ ਆ ਜਾਂਦੇ ਆ। ਉਹ ਲਹੂ ਰਾਹੀਂ ਹੀ ਸਰੀਰ ਦੇ ਉਹਨਾਂ ਅੰਗਾਂ ਦੇ ਵਿੱਚ ਚਲੇ ਜਾਂਦੇ ਆ ਜਿੱਥੋਂ ਉਹਨਾਂ ਨੂੰ ਸਰੀਰ ਤੋਂ ਬਾਹਰ ਕੱਢ ਦਿੱਤਾ ਜਾਂਦਾ, ਚਾਹੇ ਉਹ ਗੁਰਦਿਆਂ ਰਾਹੀਂ ਪਿਸ਼ਾਬ ਦਾ ਨਿਕਲਣਾ ਹੋਵੇ। ਤੋ ਇਹ ਸਾਰੀਆਂ ਕਿਰਿਆਵਾਂ ਜਿਹੜੀਆਂ ਹੈਗੀਆਂ ਇਹ ਕਾਹਦੇ ਕਰਕੇ ਸੰਭਵ ਹੈਗੀਆਂ? ਲਹੂ ਕਰਕੇ ਸੰਭਵ ਹੈ। ਜਿਹੜੇ ਲਹੂ ਬਾਰੇ ਤੁਹਾਨੂੰ ਮੁੱਖ ਰੂਪ ਵਿੱਚ ਦੱਸਣਾ ਚਾਹੁੰਦਾ ਸੀ, ਲਹੂ ਜਿਹੜਾ ਆਪਣਾ ਖੂਨ ਹੈ ਇਹ ਮੁੱਖ ਤੌਰ 'ਤੇ ਇਸ ਵਿੱਚ ਕੋਸ਼ਿਕਾਵਾਂ ਹੁੰਦੀਆਂ ਜਿਹਨੂੰ ਰਕਤ ਕੋਸ਼ਿਕਾਵਾਂ ਕਹਿੰਦੇ ਆਪਾਂ। ਮੁੱਖ ਤੌਰ 'ਤੇ ਤਿੰਨ ਤਰ੍ਹਾਂ ਦੀਆਂ ਕੋਸ਼ਿਕਾਵਾਂ ਇਹਦੇ ਵਿੱਚ ਹੁੰਦੀਆਂ। ਇੱਕ ਹੁੰਦੇ ਹੈ ਲਾਲ ਰਕਤਾਣੂ ਜਿਨ੍ਹਾਂ ਨੂੰ RBC ਵੀ ਕਹਿੰਦੇ ਆਪਾਂ, ਇੱਕ ਹੁੰਦੇ ਹੈ ਸਫੈਦ ਰਕਤਾਣੂ ਜਿਨ੍ਹਾਂ ਨੂੰ ਆਪਾਂ WBC ਕਹਿੰਦੇ ਹਾਂ, ਇੱਕ ਇਸ ਵਿੱਚ ਹੁੰਦੇ ਆ ਪਲੇਟਲੈਟਸ। ਤੋ ਖੂਨ ਦੇ ਵਿੱਚ ਜਿਹੜੇ ਲਾਲ ਰਕਤਾਣੂ ਹੈ ਉਹਨਾਂ ਦਾ ਕੀ ਕੰਮ ਹੈਗਾ? ਲਾਲ ਰਕਤਾਣੂਆਂ ਨੇ ਇਹਨਾਂ ਦੇ ਵਿੱਚ ਇੱਕ ਲਾਲ ਰੰਗ ਦਾ ਵਰਨਕ ਹੁੰਦਾ ਜਿਹਨੂੰ ਹੀਮੋਗਲੋਬਿਨ ਕਹਿੰਦੇ ਆ। ਇਹ ਹੀਮੋਗਲੋਬਿਨ ਦਾ ਮੁੱਖ ਕੰਮ ਕੀ ਹੈਗਾ ਕਿ ਇਹਨੇ ਆਕਸੀਜਨ ਨੂੰ ਆਪਣੇ ਨਾਲ ਲਿਜਾ ਕੇ ਸਰੀਰ ਦੇ ਅੰਗਾਂ ਵਿੱਚੋਂ ਦੀ ਵਹਿੰਦੇ ਹੋਏ ਇਕੱਲੇ ਸੈੱਲ ਤੱਕ ਆਕਸੀਜਨ ਪਹੁੰਚ ਕਰ ਦੇਣੀ ਹੈ। ਕਿਉਂਕਿ ਆਪਾਂ ਪਿਛਲੇ ਪਾਠ ਦੇ ਵਿੱਚ ਪੜ੍ਹਿਆ ਸੀਗਾ ਕਿ ਆਕਸੀਜਨ ਜਿਹੜੀ ਹੈਗੀ ਆ ਇਹ ਭੋਜਨ ਦਾ ਆਕਸੀਕਰਨ ਕਰਦੀ ਹੈ। ਤਾਂ ਉਸ ਭੋਜਨ ਨੂੰ ਇੱਕ ਪਚਨਸ਼ੀਲ ਹਾਲਾਤ ਵਿੱਚ ਬਦਲਣ ਦਾ ਕੰਮ ਕਰਦੀ ਹੈਗੀ ਹੈ ਜਿਹੜਾ ਇਕੱਲੇ ਸੈੱਲ ਤੱਕ ਪਹੁੰਚੇ। ਤਾਂ ਮੁੱਖ ਮਕਸਦ ਜਿਹੜਾ RBC ਦਾ ਉਹ ਇਹੀ ਹੈ ਕਿ ਇਹਨੇ ਹੀਮੋਗਲੋਬਿਨ ਜਿਹੜਾ ਇਸ ਵਿੱਚ ਹੈਗਾ ਉਹਨੇ ਆਕਸੀਜਨ ਨੂੰ ਆਪਣੇ ਨਾਲ ਲਗਾ ਲੈਣਾ ਅਤੇ ਉਹ ਆਕਸੀਜਨ ਅਤੇ ਹੀਮੋਗਲੋਬਿਨ ਇਕੱਠੇ ਇਕੱਲੇ ਸੈੱਲ ਤੱਕ ਜਾਂਦੇ ਆ ਜਿਹਨੂੰ ਆਕਸੀ ਹੀਮੋਗਲੋਬਿਨ ਕਹਿੰਦੇ ਆਪਾਂ। ਤਾਂ ਉੱਥੇ ਜਦੋਂ ਸੈੱਲ ਰਾਹੀਂ ਆਕਸੀਜਨ ਵਰਤ ਲਈ ਜਾਂਦੀ ਹੈ ਤਾਂ ਫਿਰ ਕਾਰਬਨ ਡਾਈਆਕਸਾਈਡ ਉੱਥੋਂ ਬਾਹਰ ਨਿਕਲਦੀ ਹੈ ਤਾਂ ਹੀਮੋਗਲੋਬਿਨ ਫਿਰ ਕਾਰਬਨ ਡਾਈਆਕਸਾਈਡ ਨਾਲ ਰਲ ਜਾਂਦਾ, ਉੱਥੇ ਕਾਰਬੋਕਸੀ ਹੀਮੋਗਲੋਬਿਨ ਬਣ ਜਾਂਦਾ। ਤਾਂ ਮਤਲਬ ਖੂਨ ਵਿੱਚ ਹੀ ਜਿਹੜਾ ਫੇਫੜਿਆਂ ਤੋਂ ਆਕਸੀਜਨ
ਖੂਨ ਰਾਹੀਂ ਕੱਲੇ ਸੈੱਲ ਤੱਕ ਗਈ ਤੇ ਕੱਲੇ ਸੈੱਲ ਤੋਂ ਕਾਰਬਨ ਡਾਈਆਕਸਾਈਡ ਜਿਹੜੀ ਆ ਖੂਨ ਰਾਹੀਂ ਹੀ ਉਹ ਫੇਫੜਿਆਂ ਤੱਕ ਪਹੁੰਚੀ, ਤਾਂ ਫੇਫੜਿਆਂ 'ਚੋਂ ਉਹ ਕਾਰਬਨ ਡਾਈਆਕਸਾਈਡ ਜਿਹੜੀ ਆ ਬਾਹਰ ਕੱਢ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਸਫੈਦ ਰਕਤਾਣੂ ਹੈਗੇ ਆ, ਇਹ ਆਪਣੇ ਸਰੀਰ ਦੇ ਸਿਪਾਹੀ ਹੈ। ਇਹ ਕੀ ਕਰਦੇ ਹੈਗੇ ਆ ਕਿ ਬਹੁਤ ਸਾਰੇ ਰੋਗਾਣੂਆਂ ਨੂੰ, ਬਿਮਾਰੀ ਫੈਲਾਉਣ ਵਾਲੇ ਜਿਹੜੇ ਕਾਰਕ ਹੈਗੇ ਆ, ਉਹਨਾਂ ਨੂੰ ਇਹ ਖਤਮ ਕਰਦੇ ਹੈਗੇ ਆ। ਤਾਂ ਤੀਸਰੇ ਨੰਬਰ 'ਤੇ ਆਪਾਂ ਗੱਲ ਕਰਾਂਗੇ ਪਲੇਟਲੈਟਸ ਦੀ। ਬੱਚਿਓ, ਤੁਹਾਨੂੰ ਪਲੇਟਲੈਟਸ ਬਾਰੇ ਤੁਸੀਂ ਪਹਿਲਾਂ ਵੀ ਬਹੁਤ ਕੁਝ, ਜਿਵੇਂ ਕਈ ਬਿਮਾਰੀਆਂ ਸੁਣੀਆਂ ਜਿਹੜੀਆਂ ਪਲੇਟਲੈਟਸ ਦੇ ਨਾਲ ਆਪਣੇ ਆਸ-ਪਾਸ ਬਹੁਤ ਫੈਲ ਚੁੱਕੀਆਂ। ਉਦਾਹਰਨ ਦੇ ਤੌਰ 'ਤੇ ਡੇਂਗੂ ਅਤੇ ਚਿਕਨਗੁਨੀਆ, ਇਹ ਬਿਮਾਰੀਆਂ ਇਹੋ ਜਿਹੀਆਂ ਜਿਨ੍ਹਾਂ ਦੇ ਵਿੱਚ ਪਲੇਟਲੈਟਸ ਤੇਜ਼ੀ ਨਾਲ ਘਟਦੇ ਆ, ਅਤੇ ਪਲੇਟਲੈਟਸ ਘਟਣ ਕਰਕੇ ਖੂਨ ਦੇ ਜੰਮਣ ਦੀ ਦਰ ਘਟ ਜਾਂਦੀ ਹੈ। ਤਾਂ ਖੂਨ ਦੇ ਜੰਮਣ ਦੀ ਦਰ ਘਟ ਗਈ ਤਾਂ ਖੂਨ ਜਿਹੜਾ ਹੈਗਾ ਆਸਾਨੀ ਨਾਲ ਸਰੀਰ ਤੋਂ ਬਾਹਰ ਆ ਸਕਦਾ ਕਿਸੇ ਵੀ ਰਸਤੇ ਰਾਹੀਂ, ਚਾਹੇ ਉਹ ਆਪਣੇ ਮੂੰਹ 'ਚੋਂ, ਚਾਹੇ ਉਹ ਅੱਖਾਂ 'ਚੋਂ, ਕੰਨ 'ਚੋਂ, ਨੱਕ 'ਚੋਂ, ਜਾਂ ਪਿਸ਼ਾਬ ਦੇ ਰਸਤੇ, ਜਾਂ ਆਪਣੀ ਸਟੂਲ ਦੇ ਰਸਤੇ ਉਹ ਬਾਡੀ 'ਚੋਂ ਬਾਹਰ ਨਿਕਲ ਸਕਦਾ। ਤਾਂ ਇਸ ਲਈ ਪਲੇਟਲੈਟਸ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਪਲੇਟਲੈਟਸ ਖੂਨ ਨੂੰ ਬਾਹਰ ਨਿਕਲਣ ਤੋਂ ਰੋਕਦੇ ਆ। ਤਾਂ ਆਮ ਤੌਰ 'ਤੇ ਜਦੋਂ ਆਪਣੇ ਸੱਟ ਵੱਜ ਜਾਂਦੀ ਹੈ ਕਿਤੇ ਮਾੜੀ ਮੋਟੀ, ਤਾਂ ਤੁਸੀਂ ਦੇਖਿਆ ਹੋਣਾ ਕਿ ਉਸ 'ਤੇ ਖਰੀਂਡ ਬਣ ਜਾਂਦਾ ਹੈ। ਉਹ ਖਰੀਂਡ ਕੌਣ ਬਣਾਉਂਦਾ ਹੈ? ਉਹ ਕੋਈ ਬਾਹਰੋਂ ਕੋਈ ਡਾਕਟਰ ਨਹੀਂ ਉੱਥੇ ਬਣਾ ਕੇ ਜਾਂਦਾ। ਉਹ ਸਰੀਰ ਦੇ ਅੰਦਰ ਜਿਹੜੇ ਡਾਕਟਰ ਪਏ ਆ, ਉਸ ਇਲਾਜ ਦਾ ਇੱਕ ਹਿੱਸਾ ਪਲੇਟਲੈਟਸ ਵੀ ਹੈਗਾ। ਪਲੇਟਲੈਟਸ ਆਪਣੇ ਆਪ ਉਸ ਹਿੱਸੇ 'ਤੇ ਆਉਂਦੇ ਆ ਅਤੇ ਉੱਥੇ ਆਪਣੀਆਂ ਪਲੇਟਾਂ ਜਮਾਣੀਆਂ ਸ਼ੁਰੂ ਕਰ ਦਿੰਦੇ ਆ ਅਤੇ ਉਸ ਖੂਨ ਨੂੰ ਬਾਹਰ ਵਗਣ ਤੋਂ ਰੋਕ ਦਿੰਦੇ ਆ। ਇਹ ਇੱਕ ਡਿਸਕ ਆਕਾਰ ਦੇ ਹੁੰਦੇ ਆ ਪਲੇਟਲੈਟਸ ਵੀ। ਤਿੰਨੇ ਹੀ ਸੈੱਲ ਜਿਹੜੇ ਲਾਲ ਰਕਤਾਣੂ, ਚਿੱਟੇ ਰਕਤਾਣੂ ਅਤੇ ਪਲੇਟਲੈਟਸ, ਇਹ ਡਿਸਕ ਆਕਾਰ ਦੇ ਗੋਲਾਕਾਰ ਹੁੰਦੇ ਆ। ਤੋ ਇਹ ਤਾਂ ਹੈਗੇ ਆ ਜਿਹੜੀਆਂ ਖੂਨ ਦੇ ਵਿੱਚ ਕੋਸ਼ਿਕਾਵਾਂ ਹਨ। ਖੂਨ ਦੇ ਵਿੱਚ ਇੱਕ ਦਰਵ ਭਾਗ ਵੀ ਹੁੰਦਾ ਹੈ। ਇਕੱਲਾ ਇਹ ਨਹੀਂਗਾ ਵੀ ਖੂਨ ਇਕੱਲੇ ਦਾ ਇਕੱਲਾ ਸੋਲਿਡ ਹੈ। ਇਹ ਵਾਲਾ ਜਿਹੜੇ ਤੁਹਾਨੂੰ ਤਿੰਨ ਕੋਸ਼ਿਕਾਵਾਂ ਦੱਸੀਆਂ, ਇਹ ਖੂਨ ਦੇ ਠੋਸ ਭਾਗ ਹੈ। ਪਰ ਖੂਨ ਦਾ ਜਿਹੜਾ ਮੁੱਖ ਰੂਪ ਵਿੱਚ ਤਰਲ ਭਾਗ ਹੈ, ਉਹਨੂੰ ਪਲਾਜ਼ਮਾ ਕਹਿੰਦੇ ਆ। ਕੀ ਕਹਿੰਦੇ ਉਹਨੂੰ? ਪਲਾਜ਼ਮਾ। ਤੋ ਇਹ ਪਲਾਜ਼ਮਾ ਅਤੇ ਕੋਸ਼ਿਕਾਵਾਂ ਦੋਨੇ ਰਲ ਕੇ ਜਿਹੜਾ ਆਪਣਾ ਖੂਨ ਬਣਾਉਂਦੀਆਂ ਹਨ। ਹੁਣ ਦੂਸਰੇ ਨੰਬਰ 'ਤੇ ਤੁਹਾਨੂੰ ਦੱਸੂਗਾ ਖੂਨ ਵਹਿਣੀਆਂ ਬਾਰੇ। ਨਾਮ ਤੋਂ ਹੀ ਸਪਸ਼ਟ ਹੈ, ਵਹਿਣੀਆਂ ਮਤਲਬ ਉਹ ਵਾਲੇ ਸਰੀਰ ਦੇ ਜਿਹੜੇ ਲਹੂ ਗੇੜ ਪ੍ਰਣਾਲੀ ਦੇ ਅੰਗ ਜਿਹੜੇ ਆਪਣੇ ਵਿੱਚੋਂ ਖੂਨ ਨੂੰ ਵਹਾ ਕੇ ਲੈ ਕੇ ਜਾਂਦੇ ਆ ਇੱਕ ਥਾਂ ਤੋਂ ਦੂਸਰੀ ਥਾਂ 'ਤੇ। ਤੋ ਲਹੂ ਵਹਿਣੀਆਂ ਮੁੱਖ ਰੂਪ ਵਿੱਚ ਤਿੰਨ ਤਰ੍ਹਾਂ ਦੀਆਂ ਹੁੰਦੀਆਂ। ਇੱਕ ਹੁੰਦੀਆਂ ਇਸ ਵਿੱਚ ਧਮਨੀਆਂ, ਇੱਕ ਹੁੰਦੀਆਂ ਸ਼ਿਰਾਵਾਂ ਅਤੇ ਇੱਕ ਹੁੰਦੀਆਂ ਕੋਸ਼ਿਕਾਵਾਂ। ਇਹ ਤਿੰਨਾਂ ਬਾਰੇ ਆਪਾਂ ਇਸ ਦੇ ਵਿੱਚ ਪੜ੍ਹਨਾ ਹੈਗਾ। ਦੇਖੋ ਹੁੰਦਾ ਕੀ ਹੈ ਕਿ ਜਿਹੜੀਆਂ ਧਮਨੀਆਂ ਹੈਗੀਆਂ, ਉਹਨਾਂ ਰਾਹੀਂ ਖੂਨ ਵਿੱਚ ਆਕਸੀਜਨ ਦਾ ਪਰਿਵਹਿਨ ਹੁੰਦਾ ਹੈ ਸਰੀਰ ਦੇ ਦੂਜੇ ਭਾਗਾਂ ਵਿੱਚ। ਭਾਵ ਦਿਲ ਤੋਂ ਜਿਹੜਾ ਆਕਸੀਕ੍ਰਿਤ ਲਹੂ ਹੈਗਾ, ਉਹ ਸਰੀਰ ਦੇ ਭਿੰਨ ਅੰਗਾਂ, ਚਾਹੇ ਉਹ ਦਿਮਾਗ ਹੈ, ਚਾਹੇ ਉਹ ਸਰੀਰ ਦੇ ਹੇਠਲੇ ਅੰਗ ਹੈਗੇ ਆ, ਸਾਰੇ ਅੰਗਾਂ ਤੱਕ ਜੇ ਕਿਸੇ ਖੂਨ ਵਹਿਣੀ ਨੇ ਆਕਸੀਕ੍ਰਿਤ ਲਹੂ ਅੰਗਾਂ ਤੱਕ ਲੈ ਕੇ ਜਾਣਾ ਹੈਗਾ, ਤਾਂ ਉਹ ਧਮਨੀਆਂ ਨੇ ਲਿਜਾਣਾ। ਤਾਂ ਨਾਲ ਹੀ ਜਿਹੜਾ ਖੂਨ ਹੈਗਾ ਸੈੱਲਾਂ ਤੋਂ ਕਾਰਬਨ ਡਾਈਆਕਸਾਈਡ ਦੇ ਨਾਲ ਹੋਰ ਮਲ ਪਦਾਰਥਾਂ ਨੂੰ ਵੀ ਲੈ ਲੈਂਦਾ ਹੈ, ਅਤੇ ਉਹ ਜਿਹੜਾ ਅਣਆਕਸੀਕ੍ਰਿਤ ਲਹੂ ਹੈ, ਭਾਵ ਜਿਹੜਾ ਉਹ ਗੰਦਾ ਲਹੂ ਹੈ ਜਿਸ ਵਿੱਚ ਕਾਰਬਨ ਡਾਈਆਕਸਾਈਡ ਭਰਪੂਰ ਹੈਗੀ ਹੈ, ਉਹ ਅੰਗਾਂ ਤੋਂ ਦਿਲ ਵਿੱਚ ਲਿਆਉਣ ਦਾ ਕੰਮ ਕਰਨਾ ਹੈ ਸ਼ਿਰਾਵਾਂ ਨੇ। ਅਣਆਕਸੀਕ੍ਰਿਤ ਲਹੂ ਜਿਹੜਾ ਹੈਗਾ ਉਹ ਅੰਗਾਂ ਤੋਂ ਦਿਲ ਤੱਕ ਜਾਂਦਾ, ਫਿਰ ਦਿਲ ਤੋਂ ਫੇਫੜਿਆਂ ਤੱਕ ਜਾਂਦਾ, ਜਿੱਥੋਂ ਉਹ ਫੇਫੜਿਆਂ ਤੋਂ ਫਿਰ ਸਾਫ਼ ਹੋ ਕੇ ਫਿਰ ਦਿਲ ਦੇ ਵਿੱਚ ਦਾਖਲ ਹੁੰਦਾ ਹੈਗਾ। ਉਹ ਕਿਹੜੇ ਖੇਤਰਾਂ 'ਚ ਦਾਖਲ ਹੁੰਦਾ ਉਹ ਆਪਾਂ ਬਾਅਦ 'ਚ ਪੜ੍ਹਾਂਗੇ। ਪਰ ਆਪਾਂ ਨੂੰ ਸਭ ਤੋਂ ਪਹਿਲਾਂ ਇਹਨਾਂ ਬਾਰੇ ਪਤਾ ਹੋਣਾ ਚਾਹੀਦਾ ਕਿ ਧਮਨੀਆਂ ਜਿਹੜੀਆਂ ਤੁਸੀਂ ਇਸ ਚਿੱਤਰ ਦੇ ਵਿੱਚ ਲਾਲ ਰੰਗ ਦੀਆਂ ਵਹਿਣੀਆਂ ਦੇਖ ਰਹੇ ਹੋ, ਇਹ ਲਾਲ ਰੰਗ ਇਹਨਾਂ ਦਾ ਕਿਉਂ ਹੈ? ਕਿਉਂਕਿ ਇਹਨਾਂ ਵਿੱਚ ਆਕਸੀਕ੍ਰਿਤ ਲਹੂ ਵਹਿ ਰਿਹਾ, ਤਾਂ ਇਸ ਕਰਕੇ ਇਹਨਾਂ ਨੂੰ ਆਪਾਂ ਧਮਨੀਆਂ ਕਹਾਂਗੇ। ਅਤੇ ਜਿਹੜੀਆਂ ਨੀਲੇ ਰੰਗ ਦੀਆਂ ਹੈਗੀਆਂ ਇਸ ਵਿੱਚ, ਇਹਨਾਂ ਵਿੱਚ ਅਣਆਕਸੀਕ੍ਰਿਤ ਲਹੂ ਵਹਿ ਰਿਹਾ ਜਿਸ ਵਿੱਚ ਆਕਸੀਜਨ ਨਹੀਂ ਹੈਗੀ, ਇਸ ਕਰਕੇ ਇਸ ਨੂੰ ਆਪਾਂ ਸ਼ਿਰਾਵਾਂ ਕਹਾਂਗੇ। ਤੋ ਧਮਨੀਆਂ ਜਿਹੜੀਆਂ ਹੁੰਦੀਆਂ, ਕਿਉਂਕਿ ਇਹਨਾਂ ਦੇ ਵਿੱਚ ਆਕਸੀਜਨ ਭਰਪੂਰ ਖੂਨ ਨੇ ਲੰਘਣਾ ਹੈਗਾ ਜਿਹੜਾ ਕਿ ਸਾਰੇ ਭਾਗਾਂ ਤੱਕ ਜਾਣਾ,
ਤਾਂ ਇਸ ਦਾ ਭਾਵ ਹੈ ਵੀ ਖੂਨ ਜਿਹੜਾ ਹੈਗਾ ਉਹ ਤੇਜ਼ੀ ਨਾਲ ਅਤੇ ਵਧੇਰੇ ਪ੍ਰੈਸ਼ਰ ਨਾਲ ਜਾਣਾ ਹੁੰਦਾ। ਤਾਂ ਤੇਜ਼ੀ ਅਤੇ ਵਧੇਰੇ ਪ੍ਰੈਸ਼ਰ ਨਾਲ ਜਾਣ ਕਰਕੇ ਧਮਨੀਆਂ ਦੀਆਂ ਜਿਹੜੀਆਂ ਕੰਧਾਂ ਹੈ ਉਹ ਮੋਟੀਆਂ ਅਤੇ ਲਚਕਦਾਰ ਹੁੰਦੀਆਂ, ਮੋਟੀਆਂ ਅਤੇ ਲਚਕਦਾਰ ਹੁੰਦੀਆਂ। ਜਦ ਕਿ ਜੇ ਆਪਾਂ ਸ਼ਿਰਾਵਾਂ ਦੀ ਗੱਲ ਕਰੀਏ, ਆਪਣੇ ਕੋਲ ਇਸ ਤੋਂ ਪਹਿਲਾਂ ਇੱਕ ਕਿਰਿਆ ਵੀ ਹੈਗੀ ਆ, ਉਹ ਵੀ ਆਪਾਂ ਦੇਖਾਂਗੇ, ਜਿਸ ਦੇ ਵਿੱਚ ਆਪਾਂ ਆਪਣੀ ਨਬਜ਼ ਦਰ ਪਤਾ ਕਰਨੀ ਹੈ। ਤਾਂ ਪਹਿਲਾਂ ਆਪਾਂ ਨਬਜ਼ ਦਰ ਦੀ ਗੱਲ ਕਰੀਏ, ਉਸ ਤੋਂ ਪਹਿਲਾਂ ਤੁਹਾਨੂੰ ਮੈਂ ਸ਼ਿਰਾਵਾਂ ਬਾਰੇ ਵੀ ਦੱਸਦਾ ਕਿ ਜਿਹੜੀਆਂ ਸ਼ਿਰਾਵਾਂ ਜਿਨ੍ਹਾਂ ਨੇ ਕਾਰਬਨ ਡਾਈਆਕਸਾਈਡ ਭਰਪੂਰ ਖੂਨ ਜਿਹੜਾ ਸਰੀਰ ਦੇ ਭਾਗਾਂ ਤੋਂ ਦਿਲ ਤੱਕ ਲੈ ਕੇ ਆਉਣਾ ਹੈਗਾ, ਤਾਂ ਉਸ ਦੀਆਂ ਜਿਹੜੀਆਂ ਭਿੱਤੀਆਂ ਹੁੰਦੀਆਂ ਉਹ ਪਤਲੀਆਂ ਹੁੰਦੀਆਂ। ਅਤੇ ਸ਼ਿਰਾਵਾਂ ਦੇ ਜਿਹੜੇ ਇਸ ਦਾ ਮੁੱਖ ਕੰਮ ਇਹੀ ਹੈ ਵੀ ਖੂਨ ਨੂੰ ਦਿਲ ਵੱਲ ਹੀ ਇਹਨਾਂ ਨੇ ਵਹਿਣ ਦੇਣਾ। ਤਾਂ ਇੱਕ ਤੀਸਰੀ ਜਿਹੜੀ ਕਿਸਮ ਦੀ ਲਹੂ ਵਹਿਣੀ ਹੈਗੀ ਆ, ਉਹਨੂੰ ਕੋਸ਼ਿਕਾਵਾਂ ਕਹਿੰਦੇ। ਕੇਸ਼ਿਕਾਵਾਂ ਇਹ ਬਰੀਕ ਨਲੀਆਂ ਵਾਲੀਆਂ ਹੁੰਦੀਆਂ। ਜਿਹੜਾ ਤੁਸੀਂ ਇਹ ਚਿੱਤਰ ਦੇਖ ਰਹੇ ਹੋ, ਇਸ ਵਿੱਚ ਆਹ ਸ਼ਿਰਾ ਦਿਖਾਈ ਹੋਈ ਆ, ਆਹ ਧਮਨੀ ਦਿਖਾਈ ਹੋਈ ਆ, ਅਤੇ ਆਹ ਜਿਹੜੀਆਂ ਥੱਲੇ ਆ ਕੇਸ਼ਿਕਾਵਾਂ। ਕੇਸ਼ਿਕਾਵਾਂ ਧਮਨੀਆਂ ਅਤੇ ਸ਼ਿਰਾਵਾਂ ਨੂੰ ਜੋੜਨ ਦਾ ਕੰਮ ਕਰਦੀਆਂ। ਇਹ ਬਰੀਕ ਛਾਨਣ ਵਾਲੀਆਂ ਨਲੀਆਂ ਹੁੰਦੀਆਂ ਜਿਹੜੀਆਂ ਕਿ ਸ਼ਿਰਾਵਾਂ ਵਿੱਚ ਜੇ ਕਿਤੇ ਸਾਫ਼ ਖੂਨ ਆ ਗਿਆ ਤਾਂ ਸ਼ਿਰਾਵਾਂ 'ਚੋਂ ਸਾਫ਼ ਖੂਨ ਉਹਨੇ ਧਮਨੀ ਵਿੱਚ ਭੇਜ ਦੇਣਾ, ਜਿੱਥੋਂ ਕਿ ਉਹ ਦਿਲ ਨੂੰ ਪਹੁੰਚ ਸਕਦਾ ਹੈਗਾ। ਤਾਂ ਸ਼ਿਰਾਵਾਂ ਦਾ ਜਿਹੜਾ ਇਹਨਾਂ ਦਾ ਕੇਸ਼ਿਕਾਵਾਂ ਦਾ ਜਿਹੜਾ ਕੰਮ ਹੈਗਾ, ਇਹ ਇੱਕ ਤਰੀਕੇ ਨਾਲ ਸ਼ਿਰਾਵਾਂ ਅਤੇ ਧਮਨੀਆਂ ਵਿੱਚੋਂ ਖੂਨ ਨੂੰ ਛਾਣ ਕੇ ਭੇਜਣ ਜੋਗਾ ਕਰਨਾ ਉਹਨਾਂ ਨੇ, ਵੀ ਸਾਫ਼ ਬਿਲਕੁਲ ਪਿਓਰ ਹੋਵੇ, ਚਾਹੇ ਉਹ ਸ਼ਿਰਾ ਤੱਕ ਜਾਂ ਧਮਨੀ ਤੱਕ ਜਿਹੜਾ ਵੀ ਖੂਨ ਆ ਉਹ ਉਸੇ ਤੱਕ ਹੀ ਉਹ ਪਹੁੰਚਣਾ ਚਾਹੀਦਾ। ਕੇਸ਼ਿਕਾਵਾਂ ਦਾ ਮੁੱਖ ਰੂਪ ਵਿੱਚ ਇਹੀ ਕੰਮ ਹੈਗਾ। ਇਹ ਪਤਲੀਆਂ ਵਾਲ ਵਰਗੀਆਂ ਬਰੀਕ ਨਲੀਆਂ ਹੁੰਦੀਆਂ ਜਿਹੜੀਆਂ ਕੇਸ਼ਿਕਾਵਾਂ ਦੀਆਂ। ਤਾਂ ਹੁਣ ਆਪਾਂ ਨਬਜ਼ ਦਰ ਦੀ ਗੱਲ ਕਰਾਂਗੇ। ਨਬਜ਼ ਦਰ ਜਿਹੜੀ ਹੈਗੀ ਆ, ਆਮ ਤੌਰ 'ਤੇ ਇਸ ਤਰ੍ਹਾਂ ਕਰਕੇ ਆਪਾਂ ਪਤਾ ਕਰ ਸਕਦੇ ਹਾਂ। ਇਸ ਦਾ ਬਿਲਕੁਲ ਇਸੇ ਪੋਜੀਸ਼ਨ 'ਤੇ ਤੁਸੀਂ 2 ਉਂਗਲਾਂ ਰੱਖ ਕੇ ਅਤੇ ਕੋਸ਼ਿਸ਼ ਕਰਨੀ ਹੈ ਵੀ ਥੱਲੜੀਆਂ ਜਿਹੜੀਆਂ ਆਪਣੀਆਂ 3 ਉਂਗਲਾਂ ਉਹਨਾਂ 'ਚੋਂ ਇੱਕ ਅੰਗੂਠਾ ਹੀ ਇਕੱਲਾ ਥੱਲੜੀ ਬਾਂਹ ਤੱਕ ਜਾਵੇ। ਵੈਸੇ ਤਾਂ ਕੋਸ਼ਿਸ਼ ਕਰੋ ਵੀ ਇਕੱਲੀਆਂ ਉਤਲੀਆਂ 2 ਉਂਗਲਾਂ ਹੀ ਉਸ ਬਾਂਹ ਨਾਲ ਛੂਹੋ, ਕਿਉਂਕਿ ਉਹਨਾਂ 2 ਉਂਗਲਾਂ ਨਾਲ ਸਹੀ ਉਹਦੀ ਪਲਸ ਜਿਹੜੀ ਮਹਿਸੂਸ ਹੋਵੇਗੀ ਵਿਅਕਤੀ ਦੀ। ਨਹੀਂ ਤਾਂ ਕਈ ਵਾਰੀ ਆਪਣੀ ਪਲਸ ਹੀ ਆਪਾਂ ਨੂੰ ਮਹਿਸੂਸ ਹੋਣ ਲੱਗ ਜਾਂਦੀ ਹੈ, ਜਿਹੜੀ ਆਪਣੀ ਨਬਜ਼ ਹੈ। ਤਾਂ ਖੱਬੇ ਗੁੱਟ ਦੇ ਇਸ ਵਿਚਲੇ ਭਾਗ ਉੱਤੇ ਆਪਾਂ ਰੱਖਣਾ ਹੈਗਾ ਉਸ ਨੂੰ, ਅਤੇ ਜਦੋਂ ਆਪਾਂ ਨੂੰ ਉਸ ਵਿੱਚੋਂ ਤੱਕ ਮਹਿਸੂਸ ਹੋਈ ਜਿਹੜੀ ਨਬਜ਼ ਅਖਵਾਉਂਦੀ ਹੈ, ਧਮਨੀਆਂ ਵਿੱਚੋਂ ਵਹਿ ਰਹੇ ਖੂਨ ਦੇ ਕਰਕੇ ਉਹ ਮਹਿਸੂਸ ਹੁੰਦੀ ਆ ਧਮਨੀਆਂ ਵਿੱਚੋਂ, ਕਿਉਂਕਿ ਆਪਾਂ ਇਹ ਗੱਲ ਪੜ੍ਹ ਲਈ ਹੈ ਕਿ ਧਮਨੀਆਂ ਵਿੱਚ ਜਿਹੜਾ ਖੂਨ ਹੈਗਾ ਉਹ ਸ਼ਿਰਾਵਾਂ ਦੇ ਮੁਕਾਬਲੇ ਜ਼ਿਆਦਾ ਪ੍ਰੈਸ਼ਰ ਨਾਲ ਵਹਿੰਦਾ ਹੈ। ਤਾਂ ਉਹ ਪਲਸ ਉੱਥੋਂ ਨੋਟ ਕੀਤੀ ਜਾਂਦੀ ਹੈ। ਹੁਣ ਉਹ ਆਪਾਂ ਨੋਟ ਕਰਨਾ ਵੀ 1 ਮਿੰਟ ਵਿੱਚ ਉਹ ਕਿੰਨੀ ਵਾਰੀ ਜਿਹੜੀ ਹੈਗੀ ਆ ਆਪਾਂ ਨੂੰ ਉਸਦੀ ਜਿਹੜੀ ਨਬਜ਼ ਆ ਉਹ ਸੁਣਾਈ ਦਿੰਦੀ ਹੈ। ਤਾਂ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਲਿਖ ਕੇ ਉਹਨਾਂ ਦੀ ਨਬਜ਼ ਪ੍ਰਤੀ ਮਿੰਟ ਜਿਹੜੀ ਹੈਗੀ ਆ ਉਹ ਨੋਟ ਕਰ ਸਕਦੇ ਹਾਂ। ਆਮ ਤੌਰ 'ਤੇ ਇਹ ਜਿਹੜੀ ਨਬਜ਼ ਦਰ ਹੈ ਇਹ 72 1 ਮਿੰਟ ਵਿੱਚ ਆਪਣੀ ਜਿਹੜੀ ਨਬਜ਼ ਹੈ 72 ਵਾਰ ਚੱਲਦੀ ਹੈ। 72 ਤੋਂ 80 ਤੱਕ ਸਹੀ ਹੈ, ਪਰ ਕਈ ਵਾਰੀ ਆਪਾਂ ਬਹੁਤ ਸਾਰੀ ਭਰਪੂਰ ਐਕਸਰਸਾਈਜ਼ ਕਰ ਲੈਂਦੇ ਹਾਂ, ਕਸਰਤ ਕਰਦੇ ਹਾਂ, ਉਦੋਂ ਇਹ ਨਬਜ਼ ਦਰ ਵੱਧ ਜਾਂਦੀ ਹੈ। ਨਬਜ਼ ਦਰ ਵਧਣ ਦਾ ਕਾਰਨ ਇਹੀ ਹੈ ਕਿ ਸਰੀਰ ਦੇ ਜਿਹੜੇ ਸੈੱਲ ਹੈਗੇ ਆ ਉਹ ਹੋਰ ਖੂਨ ਦੀ ਡਿਮਾਂਡ ਕਰਨ ਲੱਗ ਜਾਂਦੇ, ਫਿਰ ਖੂਨ ਹੋਰ ਪ੍ਰੈਸ਼ਰ ਨਾਲ ਵਹਿੰਦਾ। ਜਦੋਂ ਪ੍ਰੈਸ਼ਰ ਨਾਲ ਵਹੂਗਾ ਤਾਂ ਦਿਲ ਵਿੱਚੋਂ ਉਨੀ ਜ਼ਿਆਦਾ ਇਸ ਦੀ ਜਿਹੜੀ ਨਬਜ਼ ਹੈ ਉਹ ਆਪਾਂ ਨੂੰ ਸੁਣਾਈ ਦੇਵੇਗੀ। ਤਾਂ ਇਸ ਤਰ੍ਹਾਂ ਆਪਾਂ ਨਬਜ਼ ਜਿਹੜੀ ਹੈਗੀ ਨਬਜ਼ ਦਰ ਆਪਣੇ ਪਰਿਵਾਰ ਦੀ ਜਾਂ ਆਪਣੇ ਸਾਥੀਆਂ ਦੀ ਜਿਹੜੀ ਮਹਿਸੂਸ ਕਰ ਸਕਦੇ ਹੈਗੇ। ਹੁਣ ਆਪਾਂ ਗੱਲ ਕਰਾਂਗੇ ਦਿਲ ਦੀ। ਜਿਹੜਾ ਮਨੁੱਖੀ ਦਿਲ ਹੈ ਇਹ ਇੱਕ ਪੰਪ ਹੈ ਆਪਣੇ ਜਿਹੜਾ ਸਰੀਰ ਦਾ, ਜਿਹੜਾ ਲਗਾਤਾਰ ਨਾ ਰੁਕਣ ਵਾਲਾ ਪੰਪ ਹੈ। ਜਦੋਂ ਤੱਕ ਆਪਣਾ ਜੀਵਨ ਹੈ ਇਹ ਪੰਪ ਕਰਦਾ ਰਹਿੰਦਾ ਹੈ। ਜਦੋਂ ਲੱਗਦਾ ਵੀ ਹੁਣ ਜੀਵਨ ਕਾਲ ਜਿਹੜਾ ਹੈਗਾ ਉਹ ਪੂਰਾ ਹੋਣ ਵਾਲਾ ਹੈ ਜਾਂ ਆਪਣਾ ਜੀਵਨ ਕਾਲ ਖਤਮ ਹੋ ਗਿਆ, ਉਦੋਂ ਇਹ ਦਿਲ ਜਿਹੜਾ ਹੈਗਾ ਪੰਪ ਕਰਨਾ ਬੰਦ ਕਰ ਦਿੰਦਾ। ਇਹ ਦਿਲ ਜਿਹੜਾ ਹੈਗਾ, ਕਲਪਨਾ ਕਰੋ ਵੀ ਇਹਦੇ ਤੋਂ ਬਿਨਾਂ ਆਪਣੇ ਸਰੀਰ ਦੇ ਵਿੱਚ ਖੂਨ ਦੁਆਰਾ ਪਦਾਰਥਾਂ ਦਾ ਪਰਿਵਹਿਨ ਨਹੀਂ ਹੋਣਾ। ਤਾਂ ਇਹ ਛਾਤੀ ਖੋੜ ਵਿੱਚ ਸਥਿਤ ਹੁੰਦਾ, ਜਿਹੜੇ ਆਪਣੇ ਦੋਨੇ ਫੇਫੜੇ ਹੈਗੇ ਉਹਨਾਂ ਦੇ ਵਿਚਾਲੇ ਇਹ ਕਿਤੇ ਨਾ ਕਿਤੇ ਫਿੱਟ ਹੁੰਦਾ ਹੈਗਾ।
ਵੈਸੇ ਇਹਨੂੰ ਕਿਹਾ ਜਾਂਦਾ ਹੈ ਕਿ ਇਹ ਆਪਣੇ ਖੱਬੇ ਪਾਸੇ ਹੁੰਦਾ ਹੈ, ਪਰ ਲਗਭਗ ਇਹ ਉਹਨਾਂ ਦੋਨਾਂ ਦੇ ਵਿਚਾਲੇ ਹੀ ਹੁੰਦਾ। ਥੋੜ੍ਹਾ ਜਿਹਾ ਝੁਕਾਅ ਇਹਦਾ ਖੱਬੇ ਪਾਸੇ ਨੂੰ ਹੁੰਦਾ, ਇਸ ਕਰਕੇ ਇਹਨੂੰ ਖੱਬੇ ਪਾਸੇ ਕਹਿ ਦਿੰਦੇ ਹੈਗੇ ਆ। ਆਮ ਤੌਰ 'ਤੇ ਆਪਣੀ ਜਿੰਨੀ ਕੁ ਮੁੱਠੀ ਦਾ ਸਾਈਜ਼ ਹੁੰਦਾ ਉਨਾ ਕੁ ਦਿਲ ਦਾ ਜਿਹੜਾ ਸਾਈਜ਼ ਹੁੰਦਾ ਉਸ ਦਾ ਆਕਾਰ ਹੁੰਦਾ। ਹੁਣ ਇਸ ਵਿੱਚ ਮੈਂ ਤੁਹਾਨੂੰ ਇਹਦੀ ਕਾਰਜ ਵਿਧੀ ਬਾਰੇ ਦੱਸੂਗਾ ਵੀ ਇਹ ਕਿਵੇਂ ਕੰਮ ਕਰਦਾ। ਤਾਂ ਇਹ ਦਿਲ ਦੀ ਬਣਤਰ ਹੈ, ਇਹਦੀ ਕਾਰਜ ਵਿਧੀ ਬਾਰੇ ਤੁਹਾਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਸਭ ਤੋਂ ਪਹਿਲਾਂ ਤਾਂ ਜਿਹੜਾ ਆਪਣੇ ਸਰੀਰ ਦਾ ਗੰਦਾ ਖੂਨ ਹੈ, ਜਿਹੜਾ ਕਿ ਤੁਸੀਂ ਆ ਪਿਛਲੇ ਚਿੱਤਰ ਦੇ ਵਿੱਚ ਦੇਖਿਆ ਸੀਗਾ, ਜਿਹੜਾ ਆਹ ਨੀਲੀਆਂ ਨੀਲੀਆਂ ਖੂਨ ਵਹਿਣੀਆਂ ਜਿਨ੍ਹਾਂ ਨੂੰ ਸ਼ਿਰਾਵਾਂ ਕਹਿੰਦੇ ਆ, ਇਹਨਾਂ ਸ਼ਿਰਾਵਾਂ ਦੇ ਵਿੱਚੋਂ ਵਹਿ ਰਿਹਾ ਹੈ। ਇਹ ਸਰੀਰ ਦੇ ਵੱਖ-ਵੱਖ ਅੰਗਾਂ ਤੋਂ ਖੂਨ ਲੈ ਕੇ ਆ ਰਿਹਾ ਤੇ ਇਹ ਦਿਲ ਵਿੱਚ ਦਾਖਲ ਹੋਣਾ। ਦਿਲ ਵਿੱਚ ਇੰਨੇ ਕਿੱਥੋਂ ਦੀ ਦਾਖਲ ਹੋਣਾ ਹੈ? ਮਹਾਸ਼ਿਰਾ ਰਾਹੀਂ। ਮਹਾਸ਼ਿਰਾ ਇੱਧਰ ਵੀ ਹੈ ਤੇ ਇਹਦਾ ਇੱਕ ਕਨੈਕਸ਼ਨ ਉੱਧਰ ਵੀ ਹੈਗਾ। ਇਹ ਸਾਰੇ ਪਾਸਿਓਂ ਇਹਦੇ ਵਿੱਚ ਖੂਨ ਦਾਖਲ ਹੋਣਾ ਹੈਗਾ ਮਹਾਸ਼ਿਰਾ ਰਾਹੀਂ। ਜਿਹੜਾ ਗੰਦਾ ਖੂਨ ਹੈ, ਉਹ ਗੰਦਾ ਖੂਨ ਜਿਹੜਾ ਹੈਗਾ ਉਹ ਦਿਲ ਦੇ ਇਸ ਹਿੱਸੇ ਵਿੱਚ ਪਹੁੰਚੂਗਾ ਜਿਹਨੂੰ ਆਪਾਂ ਸੱਜਾ ਆਰੀਕਲ ਕਹਿੰਦੇ ਹਾਂ। ਸੱਜੇ ਆਰੀਕਲ ਤੋਂ ਉਹ ਖੂਨ ਜਿਹੜਾ ਇੱਧਰਲੇ ਪਾਸੇ ਵਾਲਵ ਹੁੰਦੇ ਆ, ਉਹਨਾਂ ਵਾਲਵਾਂ ਦੇ ਵਿੱਚੋਂ ਉਹ ਆਪਣੇ ਸੱਜੇ ਵੈਂਟਰੀਕਲ ਤੱਕ ਪਹੁੰਚੂਗਾ। ਕਿਉਂਕਿ ਇਹ ਗੰਦਾ ਖੂਨ ਹੈਗਾ, ਇਸ ਲਈ ਇਹ ਸਾਫ਼ ਹੋਣ ਲਈ ਫੇਫੜਿਆਂ ਤੱਕ ਜਾਊਗਾ। ਫੇਫੜਿਆਂ ਤੱਕ ਜਾਣ ਲਈ ਇਹ ਕਿਹੜਾ ਰਸਤਾ ਅਪਣਾਊਗਾ? ਇਹ ਆਹ ਫੇਫੜਾ ਸ਼ਿਰਾ ਹੈਗੀ। ਇਹ ਫੇਫੜਾ ਸ਼ਿਰਾਵਾਂ ਰਾਹੀਂ ਇਹ ਖੂਨ ਫੇਫੜਿਆਂ ਵਿੱਚ ਜਾਊਗਾ, ਦੋਨੇ ਫੇਫੜਿਆਂ 'ਚ। ਫੇਫੜਾ ਸ਼ਿਰਾ ਇੱਕ ਇੱਧਰ ਦਿਖਾਈ ਹੋਈ ਹੈ, ਇੱਕ ਆ ਇੱਧਰ ਦਿਖਾਈ ਹੋਈ ਹੈ ਫੇਫੜਾ ਸ਼ਿਰਾ। ਤਾਂ ਫੇਫੜਾ ਸ਼ਿਰਾ ਰਾਹੀਂ ਇਹ ਖੂਨ ਸਾਫ਼ ਹੋਣ ਲਈ ਫੇਫੜਿਆਂ ਤੱਕ ਜਾਊਗਾ। ਜਦੋਂ ਉਹ ਖੂਨ ਫੇਫੜਿਆਂ ਵਿੱਚ ਸਾਫ਼ ਹੋ ਗਿਆ ਤਾਂ ਫੇਫੜਿਆਂ ਤੋਂ ਉਹ ਖੂਨ ਨੇ ਦਾਖਲ ਹੋਣਾ ਆਪਣੀਆਂ ਜਿਹੜੀਆਂ ਖੱਬੀਆਂ ਫੇਫੜਾ ਧਮਨੀਆਂ ਜਾਂ ਇੱਧਰਲੇ ਪਾਸੇ ਸੱਜੀ ਫੇਫੜਾ ਧਮਨੀ ਹੈ, ਕਿਉਂਕਿ ਦੋ ਫੇਫੜੇ ਆ, ਇੱਕ ਸੱਜਾ ਫੇਫੜਾ ਤੇ ਇੱਕ ਖੱਬਾ ਫੇਫੜਾ। ਆ ਵੀ ਦੋਵਾਂ ਫੇਫੜਿਆਂ ਵਿੱਚ ਗਈ ਫੇਫੜਾ ਸ਼ਿਰਾ ਜਿਹੜੀ ਹੈ। ਤਾਂ ਸਾਫ਼ ਖੂਨ ਜਿਹੜਾ ਹੈਗਾ, ਤੁਹਾਨੂੰ ਪਤਾ ਧਮਨੀਆਂ ਵਿੱਚੋਂ ਸਾਫ਼ ਖੂਨ ਵਹਿੰਦਾ ਹੈ, ਸ਼ਿਰਾਵਾਂ 'ਚੋਂ ਗੰਦਾ ਖੂਨ ਵਹਿੰਦਾ ਹੈ। ਤਾਂ ਫੇਫੜਾ ਧਮਨੀਆਂ, ਚਾਹੇ ਉਹ ਖੱਬੀ ਫੇਫੜਾ ਧਮਨੀ ਹੈ ਚਾਹੇ ਉਹ ਸੱਜਾ ਫੇਫੜਾ ਧਮਨੀ ਹੈ, ਉਸ ਰਾਹੀਂ ਇਸ ਖੂਨ ਨੇ ਕਿੱਥੇ ਦਾਖਲ ਹੋ ਜਾਣਾ ਹੈਗਾ? ਆ ਜਾਣਾ ਉਹਨਾਂ ਨੇ ਖੱਬੇ ਆਰੀਕਲ 'ਚ। ਆਹ ਲਾਲ ਖੂਨ ਤੁਹਾਨੂੰ ਦਿਸ ਰਿਹਾ, ਇਹਦਾ ਭਾਵ ਹੈ ਆਕਸੀਕ੍ਰਿਤ ਖੂਨ ਹੈ। ਇਹਦੇ ਵਿੱਚ ਜਿਹੜਾ ਹੀਮੋਗਲੋਬਿਨ ਹੈਗਾ ਉਹਨੇ ਆਕਸੀਜਨ ਨਾਲ ਲੈ ਲਈ ਹੈ। ਤਾਂ ਖੱਬੇ ਆਰੀਕਲ ਤੋਂ ਉਹ ਖੂਨ ਖੱਬੇ ਵੈਂਟਰੀਕਲ ਤੱਕ ਪਹੁੰਚ ਜੂਗਾ ਵਾਲਵਾਂ ਦੇ ਰਸਤੇ। ਇਹ ਵਾਲਵ ਕਾਹਦੇ ਲਈ ਲੱਗੇ ਹੁੰਦੇ ਆ? ਇਹਨਾਂ ਦਾ ਮਕਸਦ ਇਹ ਹੁੰਦਾ ਹੈ ਕਿ ਖੂਨ ਵਾਪਸ ਨਾ ਜਾਵੜੇ ਇਹਦੇ ਵਿੱਚੋਂ, ਚਾਹੇ ਤਾਂ ਇਹਦੇ 'ਚੋਂ ਤੇ ਚਾਹੇ ਇਹਦੇ 'ਚੋਂ। ਤਾਂ ਇੱਥੇ ਸਾਫ਼ ਖੂਨ ਆ ਜਾਣਾ ਖੱਬਾ ਵੈਂਟਰੀਕਲ 'ਚ। ਖੱਬੇ ਵੈਂਟਰੀਕਲ ਤੋਂ ਉਹ ਸਾਫ਼ ਖੂਨ ਪਹੁੰਚ ਜਾਣਾ ਆਪਣੇ ਮਹਾਧਮਨੀ ਵਿੱਚ। ਇਹਦੇ ਪਿੱਛੋਂ ਰਸਤਾ ਹੁੰਦਾ ਇੱਥੇ ਪਹੁੰਚਣ। ਤਾਂ ਮਹਾਧਮਨੀ 'ਚੋਂ ਅਲੱਗ-ਅਲੱਗ ਰਸਤੇ ਬਣੇ ਹੋਏ ਆ। ਉਹਨਾਂ ਅਲੱਗ-ਅਲੱਗ ਰਾਹਾਂ ਦੇ ਰਾਹੀਂ ਖੂਨ ਜਿਹੜਾ ਹੈਗਾ ਸਰੀਰ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚ ਜਾਣਾ। ਜਿਹੜੀਆਂ ਲਹੂ ਵਹਿਣੀਆਂ ਕਿਹੜੀਆਂ? ਉਹਨਾਂ ਧਮਨੀਆਂ ਰਾਹੀਂ। ਤਾਂ ਕਿਉਂਕਿ ਇੱਕ ਟਾਈਮ 'ਤੇ ਦਿਲ ਵਿੱਚੋਂ ਖੂਨ ਦੋ ਵਾਰੀ ਲੰਘਦਾ ਹੈ। ਇੱਕ ਵਾਰੀ ਤਾਂ ਖੂਨ ਸਰੀਰ ਦੇ ਅੰਗਾਂ ਤੋਂ ਇਸ ਵਿੱਚ ਦਾਖਲ ਹੋਇਆ ਜਿਹੜਾ ਗੰਦਾ ਖੂਨ ਹੈ, ਅਤੇ ਦੂਸਰੀ ਵਾਰੀ ਫੇਫੜਿਆਂ ਦੇ ਵਿੱਚੋਂ ਸਾਫ਼ ਖੂਨ ਇਹਦੇ 'ਚ ਦਾਖਲ ਹੋਇਆ। ਇਸ ਕਰਕੇ ਮਨੁੱਖੀ ਦਿਲ ਦੀ ਲਹੂ ਪ੍ਰਣਾਲੀ ਨੂੰ ਦੂਰੀ ਲਹੂ ਗੇੜ ਪ੍ਰਣਾਲੀ ਕਹਿੰਦੇ ਆਪਾਂ। ਕਿਹੜੀ ਲਹੂ ਗੇੜ ਪ੍ਰਣਾਲੀ ਕਹਿੰਦੇ ਆ? ਦੂਰੀ ਲਹੂ ਗੇੜ ਪ੍ਰਣਾਲੀ। ਹੁਣ ਇਹਦੇ ਵਿੱਚ ਵਾਲਵਾਂ ਦਾ ਕੰਮ ਵੀ ਤੁਹਾਨੂੰ ਪਤਾ ਲੱਗ ਗਿਆ। ਆਹ ਦੋਨਾਂ ਦੇ ਵਿਚਾਲੇ ਪਾਰਟੀਸ਼ਨ ਹੁੰਦੀ ਆ ਅਤੇ ਆਹ ਜਿਹੜੀਆਂ ਇਹਦੀਆਂ ਮਜ਼ਬੂਤ ਤਹਿਾਂ ਹੁੰਦੀਆਂ ਤਾਂ ਕਿ ਦਿਲ ਦੇ ਵਿੱਚੋਂ ਖੂਨ ਜਿਹੜਾ ਹੈਗਾ ਉਹ ਲੀਕ ਨਾ ਹੋ ਸਕੇ। ਤਾਂ ਇਹ ਦਿਲ ਦੇ ਜਿਹੜੇ ਚਾਰ ਖਾਨੇ ਹੁੰਦੇ ਆ, ਚਾਰ ਖਾਨਿਆਂ ਵਿੱਚ ਸੱਜਾ ਆਰੀਕਲ, ਖੱਬਾ ਆਰੀਕਲ, ਸੱਜਾ ਵੈਂਟਰੀਕਲ ਅਤੇ ਖੱਬਾ ਵੈਂਟਰੀਕਲ। ਇੱਧਰਲੇ ਪਾਸੇ ਆਕਸੀਕ੍ਰਿਤ ਲਹੂ ਵਹਿ ਰਿਹਾ, ਇੱਧਰਲੇ ਪਾਸੇ ਨੀਲੇ ਰੰਗ ਦਾ ਜਿਹੜਾ ਇਹ ਅਨਆਕਸੀਕ੍ਰਿਤ ਲਹੂ ਵਹਿ ਰਿਹਾ ਜਿਸ ਵਿੱਚ ਕਾਰਬਨ ਡਾਈਆਕਸਾਈਡ ਭਰਪੂਰ ਹੈ। ਉਹ ਕਾਰਬਨ ਡਾਈਆਕਸਾਈਡ ਭਰਪੂਰ ਜਿਹੜਾ ਹੈਗਾ ਉਹ ਇਸ ਫੇਫੜਾ ਸ਼ਿਰਾ ਰਾਹੀਂ ਫੇਫੜਾ ਤੱਕ ਪਹੁੰਚੂਗਾ, ਜਿੱਥੇ ਫੇਫੜਿਆਂ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਬਾਹਰ ਨਿਕਲ ਜੂ ਅਤੇ ਉਹ ਆਕਸੀਜਨ ਪ੍ਰਾਪਤ ਕਰਕੇ ਲਹੂ ਜਿਹੜਾ ਹੈਗਾ ਦੁਬਾਰਾ ਖੱਬਾ ਫੇਫੜਾ ਧਮਨੀ ਅਤੇ ਸੱਜਾ ਫੇਫੜਾ ਧਮਨੀ ਰਾਹੀਂ
इस खाने में दाखिल होवेगा जिहड़ा आक्सीकृत लहू है। तो इस तरह आप दिल की बनतर देखी, बड़ी इंपॉर्टेंट हैगी है। ये तुहानूं कई बारी इसका चित्र भी बनाने लई कह देंदे आ, फिर तुसीं वो बना सकते हो। हुण इस विच जदों दिल विच दो पासियों खून दाखिल हुंदा है तो उस वेले की हुंदा है, अपने दिल की धड़कन बनती है पेशियां दे सुंगड़न ते पेशियां दे फैलन दे करके। क्योंकि जदों दिल दे विच खून दाखिल हुंदा है तो दिल जिहड़ा हैगा वो फैलदा है। जदों खून दाखिल हुंदा है तो जिहड़ा दिल है वो फैलदा है, पर जदों दिल दे विचों खून बाहर निकलदा ये सुंगड़दा है। तो वो फैलन ते सुंगड़न दे नाल ही दिल की की बनती है, धड़कन। उसे फैलन ते सुंगड़न दे करके ही जिहड़ी इस दे विच अपना जिहड़ा तुसीं आम तौर पे ब्लड प्रैशर बारे सुनिया होना है, जिहड़ा खून का दौरा नोट करते हैगे आ, वो एक उहदी लिमिट हुंदी आ 80-120, वो भी इस तरह ही इस दे नाल ही मापिया जाता है। दिल की धड़कन के नाल ही वो जुड़िया होंदा है, क्योंकि वो खून दे दिल के अंदर दाखिल होने ते दिल तो बाहर निकलन ते वो डिपेंड करता है। हुण दिल की धड़कन सुनने के लिए आप एक यंत्र की वरतों कर सकते हैं, जिहड़ा आम तौर पर डॉक्टरां दे गल विच पाया हुंदा, तुसीं नोट भी कीता होना। उहनूं कहंदे आ स्टैथोस्कोप। तो उस स्टैथोस्कोप के एक पासे जिहड़ा हैगा कि चैस्ट पीस लग्या हुंदा, आ चैस्ट पीस है जिहड़ा कि आम तौर पर मरीज़ की छाती ते रखिया जांदा दिल दे नेड़े। ते दूसरा पासा जिहड़ा ईयर पीस है, जिहड़ा डॉक्टर अपने कन्न विच लाउंदा। तां जदों चैस्ट पीस ते उहनूं चैस्ट पीस नूं मरीज़ दे दिल दे कोले रखदे आ तो दिल की धड़कन बड़ी क्लीयर उहनूं महसूस हुंदी हैगी है भी किवें वो तेज़ धड़क रहा या हौली धड़क रहा, वो सारी धड़कन उहदे नाल महसूस की जा सकती है। एक स्टैथोस्कोप का सिंपल मॉडल भी बनाया जा सकता है। टूटी वाली पाइप है, उहदे उत्ते एक फनल जिहड़ी हैगी प्लास्टिक की वो ला के उहदे उत्ते रबड़ चढ़ा के, रबड़ तो भाव गुब्बारे की रबड़ चढ़ा के, तो आप इस तरह भी दिल की धड़कन सुन सकते हैं। अपनी भी सुनी जा सकती है, दूसरे की भी सुनी जा सकती है। तो ये क्रिया भी की जा सकती है, आप ये करांगे भी जो अपना स्कूल टाइम होया। हुण ये दिल की धड़कन ते नब्ज़ दर दोनों का आपस में बहुत कनैक्शन है। तो ये आप दिल की धड़कन ते नब्ज़ दर का एक टेबल बनाया है। इस टेबल के अनुसार तुसी जिहड़े अपने परिवार के मैंबरां की दिल की धड़कन ते नब्ज़ दर दोनों नोट करनी है। तो नब्ज़ दर ते दिल की धड़कन नोट करने लई तुसी दिल के नेड़े हथ रख के उसनूं महसूस कर सकते हो, अपने आप भी महसूस की जा सकती है। तो नब्ज़ दर जिहड़ा तुहानूं पहलां दस्सिया सीगा, जिहड़ी ओह इस तरह नब्ज़ दर नोट कर सकते हैं तुसीं। तो इस तरह ये तो जिहड़ी दिल की धड़कन ते नब्ज़ दर नोट करनी है जदों आपां आराम दे समय 'च, पर जदों 4-5 मिनट दौड़न तो बाद दिल की धड़कन ते नब्ज़ दर वो भी फिर भी नोट करनी है, वो भी इत्थे लिखनी है। ये जिहड़ी वध होऊगी पर आराम अवस्था विचों घट होवेगी दोनों। तो ये अपनी लहू गेड़ प्रणाली है। लहू गेड़ प्रणाली का फायदा ये है कि लहू के राही एक तो जिहड़ा पचा होया भोजन है कल्ले कल्ले सैल तक पहुँच जाता है, आक्सीजन जिहड़ी हैगी है कल्ले कल्ले सैल तक पहुँच जाती है, तो होर बहुत सारे खनिज विटामिन जो भी भोजन दे विच हैगे सारे उस रस्ते कल्ले कल्ले सैल तक पहुँचते हैं। तो सैल विच कल्ले कल्ले सैल कोल जिहड़ा फालतू पदार्थ हुंदा, भाव कार्बन डाइऑक्साइड या होर फालतू के पदार्थ जिहड़े वो खून विचों छानण दे लई खून दे विच भेजे जाते हैं। फिर वो खून जिहड़ा हैगा गुरदियां विच छणदा हैगा, तो उत्थों जिहड़ा अनपचिया या फालतू पदार्थ अपने शरीर का हैगा वो बाहर निकलदा हैगा। तो ये सीगा अपना दिल की धड़कन, दिल दीयां कोशिकावां ते दिल दे बारे ते लहू दे बारे। हुण आपां गल करांगे जंतुआं विच मल त्याग दी। तो जिन्ने भी जंतु हैगे आ उन्हां विच भी यही प्रक्रिया इस तरह ही वापरदी है। जे उन्होंने कार्बन डाइऑक्साइड बाहर कढ़नी है तो फेफड़ियां का उपयोग हैगा। तुहानूं ये गल मैं पहला शायद नहीं दसीगी क्योंकि इस बारे शायद कोई पाठ अलग आवेगा कि फेफड़ियां दे विच्चों जिहड़ा हैगा कि
ਕਿਵੇਂ ਕਾਰਬਨ ਡਾਈਆਕਸਾਈਡ ਅਤੇ ਆਕਸੀਜਨ ਦਾ ਵਟਾਂਦਰਾ ਹੁੰਦਾ ਹੈ। ਦੇਖੋ ਜਿਹੜੇ ਆਪਣੇ ਫੇਫੜੇ ਹੁੰਦੇ ਆ ਨਾ, ਉਹਨਾਂ ਫੇਫੜਿਆਂ ਦੇ ਵਿੱਚ ਆਪਣੇ ਇੱਕ ਗੁਬਾਰੇਨੁਮਾ ਬਣਤਰਾਂ ਲੱਗੀਆਂ ਹੁੰਦੀਆਂ ਜਿਨ੍ਹਾਂ ਨੂੰ ਐਲਵੀਓਲਾਈ ਕਹਿੰਦੇ ਆ। ਸ਼ਾਇਦ ਪਿਛਲੇ ਚੈਪਟਰ 'ਚ ਆਪਾਂ ਪੜ੍ਹਿਆ ਸੀਗਾ, ਇਸ ਕਰਕੇ ਤੁਹਾਨੂੰ ਮੈਂ ਨਹੀਂ ਦੱਸਿਆ। ਐਲਵੀਓਲਾਈ ਹੁੰਦੇ ਫੇਫੜਿਆਂ ਦੇ ਵਿੱਚ। ਇਹ ਗੁਬਾਰੇ ਦੇ ਵਿੱਚ ਜਿਹੜੇ ਛੋਟੇ ਛੋਟੇ ਮੁਸਾਮ ਹੁੰਦੇ ਆ, ਉਹਨਾਂ ਮੁਸਾਮਾਂ ਦੇ ਰਾਹੀਂ ਜਿਹੜੀ ਬਾਹਰਲੀ ਆਕਸੀਜਨ ਹੈ ਜਿਹੜੀ ਫੇਫੜਿਆਂ ਵਿੱਚ ਪਹੁੰਚੀ, ਉਹ ਖੂਨ ਵਹਿਣੀਆਂ 'ਚ ਚਲੀ ਜਾਂਦੀ ਹੈ, ਅਤੇ ਖੂਨ ਵਹਿਣੀਆਂ 'ਚ ਜਿਹੜੀ ਕਾਰਬਨ ਡਾਈਆਕਸਾਈਡ ਹੈਗੀ ਆ ਉਹ ਐਲਵੀਓਲਾਈ ਦੇ ਵਿੱਚ ਵਾਪਸ ਆ ਜਾਂਦੀ ਹੈ। ਤਾਂ ਐਲਵੀਓਲਾਈ 'ਚੋਂ ਜਦੋਂ ਪੇਟ ਪਰਦੇ ਤੋਂ ਥੱਲੋਂ ਉੱਤੇ ਨੂੰ ਪ੍ਰੈਸ਼ਰ ਪੈਂਦਾ ਹੈਗਾ ਤਾਂ ਉਹ ਕਾਰਬਨ ਡਾਈਆਕਸਾਈਡ ਸਰੀਰ 'ਚੋਂ ਬਾਹਰ ਨਿਕਲ ਜਾਂਦੀ ਹੈ। ਕਹਿਣ ਤੋਂ ਭਾਵ ਹੈ ਵੀ ਫੇਫੜਿਆਂ ਰਾਹੀਂ ਵੀ ਆਪਣੇ ਸਰੀਰ ਦਾ ਮਲ ਤਿਆਗ ਕੀਤਾ ਜਾਂਦਾ ਹੈ, ਜਿਹੜੇ ਫਾਲਤੂ ਪਦਾਰਥ ਆ ਉਹ ਸਰੀਰ 'ਚੋਂ ਬਾਹਰ ਕੱਢੇ ਜਾਂਦੇ ਆ। ਤਾਂ ਇਸੇ ਤਰ੍ਹਾਂ ਮਲ ਤਿਆਗ ਪ੍ਰਣਾਲੀ ਲਈ ਆਪਣੇ ਕੋਲ ਇੱਕ ਹੋਰ ਜਿਹੜਾ ਇਸ ਦਾ ਖਾਸ ਜਿਹੜਾ ਹਿੱਸਾ ਹੈਗਾ ਮਨੁੱਖੀ ਮਲ ਤਿਆਗ ਪ੍ਰਣਾਲੀ ਦਾ, ਉਹ ਗੁਰਦਿਆਂ ਨਾਲ ਸੰਬੰਧਿਤ ਹੈ ਆਪਣੇ, ਜਿਸ ਦੇ ਵਿੱਚ ਕਿ ਆਪਣੇ ਖੂਨ ਨੂੰ ਛਾਨਿਆ ਜਾਂਦਾ ਹੈ, ਕਿਉਂਕਿ ਖੂਨ ਦੇ ਵਿੱਚ ਹੀ ਸਾਰੇ ਹਾਨੀਕਾਰਕ ਅਤੇ ਲਾਭਦਾਇਕ ਪਦਾਰਥ ਦੋਨੇ ਹੁੰਦੇ ਆ। ਤਾਂ ਉਹ ਜਿਹੜੇ ਹੈਗੇ ਆ ਇਹਨਾਂ ਕੋਸ਼ਿਕਾਵਾਂ ਦੇ ਰਾਹੀਂ ਜਾਂ ਧਮਨੀਆਂ ਦੇ ਰਾਹੀਂ ਉਹ ਆਪਣੇ ਗੁਰਦਿਆਂ ਤੱਕ ਪਹੁੰਚਦੇ ਆ। ਗੁਰਦਿਆਂ ਦੀ ਜਿਹੜੀ ਰਚਨਾਤਮਕ ਅਤੇ ਕਿਰਿਆਤਮਕ ਇਕਾਈ ਹੁੰਦੀ ਹੈ ਉਹਨੂੰ ਨੈਫਰੋਨ ਕਹਿੰਦੇ ਆ। ਨੈਫਰੋਨ ਜਿਹੜਾ ਹੈਗਾ ਉਹ ਖੂਨ ਦੇ ਵਿੱਚੋਂ, ਖੂਨ ਵਹਿਣੀਆਂ ਦੇ ਵਿੱਚੋਂ ਗੰਦੇ ਖੂਨ ਨੂੰ ਛਾਣ ਕੇ ਸਰੀਰ ਨੂੰ ਸਾਫ਼ ਖੂਨ ਵਾਪਸ ਭੇਜ ਦਿੰਦਾ ਹੈ, ਅਤੇ ਜਿੰਨੀ ਵੀ ਗੰਦਗੀ ਹੈਗੀ ਹੈ ਉਹ ਗੁਰਦਿਆਂ ਵਿੱਚੋਂ ਹੌਲੀ ਹੌਲੀ ਰਿਸ ਕੇ ਮੂਤਰ ਦੇ ਵਿੱਚ ਆ ਜਾਂਦੀ ਹੈ, ਅਤੇ ਉਹ ਮੂਤਰ ਜਿਹੜਾ ਹੈਗਾ ਮੂਤਰ ਮਸਾਨੇ ਵਿੱਚ ਇਕੱਠਾ ਹੋ ਜਾਂਦਾ। ਮੂਤਰ ਮਾਰਗ ਅਤੇ ਮੂਤਰ ਦੁਆਰ ਦੁਆਰਾ ਉਹ ਜਿਹੜਾ ਯੂਰਿਨ ਹੈਗਾ ਉਹ ਸਰੀਰ ਵਿੱਚੋਂ ਤਿਆਗ ਦਿੱਤਾ ਜਾਂਦਾ ਹੈ। ਤਾਂ ਖੂਨ ਦੇ ਲਾਭਦਾਇਕ ਅਤੇ ਹਾਨੀਕਾਰਕ ਦੋਨੇ ਅੰਸ਼ਾਂ ਨੂੰ ਕੰਟਰੋਲ ਕਰਨ ਦਾ ਕੰਮ ਜਿਹੜਾ ਹੈਗਾ ਉਹ ਮਨੁੱਖੀ ਮਲ ਤਿਆਗ ਪ੍ਰਣਾਲੀ ਕਰਦੀ ਹੈ, ਜਿਸ ਵਿੱਚ ਆਪਣੇ ਮੁੱਖ ਰੂਪ ਵਿੱਚ ਦੋ ਗੁਰਦੇ ਹੁੰਦੇ ਆ। ਗੁਰਦੇ ਕਾਹਦੇ ਨਾਲ ਜੁੜੇ ਹੁੰਦੇ ਆ? ਮੂਤਰ ਵਹਿਣੀਆਂ ਨਾਲ। ਮੂਤਰ ਵਹਿਣੀਆਂ ਦੋਨੇ ਜਿਹੜੀਆਂ ਮੂਤਰ ਮਸਾਨਾ ਦੇ ਵਿੱਚ ਜਾ ਕੇ ਖੁੱਲ੍ਹਦੀਆਂ। ਮੂਤਰ ਮਸਾਨਾ ਦਾ ਜਿਹੜਾ ਮੂਤਰ ਮਾਰਗ ਰਾਹੀਂ ਮੂਤਰ ਦੁਆਰ ਤੱਕ ਜਿਹੜਾ ਹੈਗਾ ਉਸ ਦਾ ਅੰਤ ਹੋ ਜਾਂਦਾ ਹੈ। ਤਾਂ ਇਹ ਜਿਹੜਾ ਮੂਤਰ ਹੈਗਾ ਇਸ ਵਿੱਚ ਆਮ ਤੌਰ 'ਤੇ ਪਹਿਲੀ ਗੱਲ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਇੱਕ ਜਵਾਨ ਵਿਅਕਤੀ ਜਿਹੜਾ ਬਾਲਗ ਵਿਅਕਤੀ ਹੈ ਉਹਦੇ ਵਿੱਚ 24 ਘੰਟਿਆਂ ਵਿੱਚ 1 ਤੋਂ 1.8 ਲੀਟਰ ਮੂਤਰ ਪੈਦਾ ਕੀਤਾ ਜਾਂਦਾ, ਜਿਸ ਵਿੱਚ 95% ਪਾਣੀ ਹੁੰਦਾ ਅਤੇ 2.5% ਯੂਰੀਆ ਹੁੰਦਾ ਅਤੇ 2.5% ਹੋਰ ਉਪਜਾਂ ਹੁੰਦੀਆਂ। ਹੁਣ ਇਹ ਜਿਹੜਾ ਮੂਤਰ ਹੈਗਾ ਇਸ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਅੰਸ਼ ਹੁੰਦੇ ਆ ਜਿਹੜੇ ਗੁਰਦਿਆਂ ਦੇ ਵਿੱਚੋਂ ਦੁਬਾਰਾ ਵਾਪਸ ਸਰੀਰ ਨੂੰ ਭੇਜ ਦਿੱਤੇ ਜਾਂਦੇ ਆ, ਜਿਹੜੇ ਕਿ ਸਰੀਰ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੀ ਲੋੜ ਹੁੰਦੀ ਹੈ। ਉਦਾਹਰਨ ਦੇ ਤੌਰ 'ਤੇ ਸੋਡੀਅਮ ਜਾਂ ਕਈ ਹੋਰ ਤਰ੍ਹਾਂ ਦੇ ਆਇਨ ਜਿਹੜੇ ਹੈਗੇ ਆ ਉਹਨਾਂ ਦੀ ਜ਼ਰੂਰਤ ਪੈਂਦੀ ਰਹਿੰਦੀ ਸਰੀਰ ਨੂੰ, ਤਾਂ ਉਹ ਵਾਪਸ ਭੇਜ ਦਿੱਤੇ ਜਾਂਦੇ ਆ। ਤਾਂ ਇਹ ਆਪਣਾ ਜਿਹੜਾ ਹੈਗਾ ਮਨੁੱਖੀ ਮਲ ਤਿਆਗ ਪ੍ਰਣਾਲੀ ਬਾਰੇ ਆ। ਹੁਣ ਇਸੇ ਤਰ੍ਹਾਂ ਕਦੀ ਪਸੀਨਾ ਕਿਤੇ ਅਚਨਚੇਤ ਹੀ ਤੁਸੀਂ ਟੇਸਟ ਕਰ ਲਿਆ ਹੋਵੇ, ਮੂੰਹ ਦੇ ਨਾਲ ਕਿਤੇ ਹਲਕਾ ਜਿਹਾ ਜੀਭ ਨਾਲ ਲੱਗਿਆ ਹੋਵੇ, ਤਾਂ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਉਹ ਪਸੀਨਾ ਥੋੜ੍ਹਾ ਜਿਹਾ ਨਮਕੀਨ ਹੁੰਦਾ, ਕਿਉਂਕਿ ਉਸ ਵਿੱਚ ਆਪਣੇ ਸਰੀਰ ਦੇ ਨਮਕ ਵੀ ਹੁੰਦੇ ਆ। ਤਾਂ ਗਰਮੀਆਂ ਦੇ ਦਿਨਾਂ 'ਚ ਅਕਸਰ ਹੀ ਆਪਣੇ ਪਸੀਨਾ ਜਿਹੜਾ ਹੈਗਾ ਕੱਪੜਿਆਂ ਦੇ ਉੱਤੇ ਲੱਗ ਜਾਂਦਾ, ਜਿਸ ਕਰਕੇ ਦਾਗ ਪੈ ਜਾਂਦੇ ਆਪਣੇ ਕੱਪੜਿਆਂ 'ਤੇ। ਉਹ ਦਾਗ ਕਾਹਦੇ ਕਰਕੇ ਪੈਂਦੇ? ਕਈ ਤਰ੍ਹਾਂ ਦੇ ਲੂਣ ਹੁੰਦੇ ਆਪਣੇ ਪਸੀਨੇ ਦੇ ਵਿੱਚ। ਤਾਂ ਇਹ ਗੁਰਦਿਆਂ ਬਾਰੇ ਇੱਕ ਗੱਲ ਹੋਰ ਦੱਸਣੀ ਬਣਦੀ ਹੈ ਕਿ ਕਈ ਵਾਰੀ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਆ। ਫਿਰ ਉਹੋ ਜਿਹੀ ਸਥਿਤੀ ਦੇ ਵਿੱਚ ਮਰੀਜ਼ ਨੂੰ ਇੱਕ ਪਨੌਟੀ ਗੁਰਦਾ ਦਿੱਤਾ ਜਾਂਦਾ, ਜਿਹਨੂੰ ਹੈਮੋਡਾਇਲਸਿਸ ਵਿਧੀ ਕਹਿੰਦੇ ਹੈਗੇ ਆ। ਤਾਂ ਹੈਮੋਡਾਇਲਸਿਸ ਦੇ ਬੜੀ ਕੰਪਲੈਕਸ ਵਿਧੀ ਹੈਗੀ ਆ। ਉਹਦੇ ਵਿੱਚ ਵੀ ਸਰੀਰ ਦੇ ਇਸੇ ਤਰ੍ਹਾਂ ਖੂਨ ਵਹਿਣੀਆਂ ਦੇ ਵਿੱਚੋਂ ਪਦਾਰਥ ਪ੍ਰਾਪਤ ਕੀਤੇ ਜਾਂਦੇ ਆ, ਛਾਣ ਕੇ ਦੁਆਰਾ ਫਿਰ ਸਾਫ਼ ਖੂਨ ਜਿਹੜਾ ਹੈਗਾ ਉਹ ਭੇਜਿਆ ਜਾਂਦਾ। ਤਾਂ ਜਿੱਥੇ ਆਮ ਮਨੁੱਖੀ ਸਰੀਰ ਦੇ ਵਿੱਚ ਮੂਤਰ ਮਾਰਗ ਦੁਆਰਾ ਜਿਹੜਾ ਮੂਤਰ ਹੈਗਾ ਸਰੀਰ 'ਚੋਂ ਤਿਆਗ ਦਿੱਤਾ ਜਾਂਦਾ ਹੈ, ਤਾਂ ਜਦੋਂ ਨਕਲੀ ਗੁਰਦਾ ਜਿਹੜਾ ਲਗਾਇਆ ਜਾਂਦਾ, ਹੈਮੋਡਾਇਲਸਿਸ ਲਾਇਆ ਜਾਂਦਾ ਜਿਹੜਾ ਸਰੀਰ ਤੋਂ ਬਾਹਰ ਹੁੰਦਾ, ਤਾਂ ਉਦੋਂ ਵੀ ਇਸੇ ਤਰ੍ਹਾਂ ਮੂਤਰ ਸਰੀਰ ਵਿੱਚੋਂ ਅਲੱਗ ਹੁੰਦਾ, ਪਰ ਉਹਦੇ ਲਈ ਬਹੁਤ ਸਾਰੇ ਰਸਾਇਣ ਚਾਹੀਦੇ ਆ ਜਿਹੜੇ ਉਹ ਕੰਮ ਕਰਦੇ ਹੈਗੇ।
तो पसीना भी अपने शरीर चों जिहड़ा हैगा, क्योंकि अपनी जिहड़ी चमड़ी हुंदी है उहदे विच छोटे छोटे मुसाम हुंदे आ, उन्हां विचों ये जिहड़ा वाष्पित हुंदा रहिंदा, जल वाष्प बाहर आके वो पसीना जिहड़ा हैगा बाहर आके पसीने के रूप में ते बहुत सारे नमक के रूप में अपने शरीर चों त्याग दिता जाता है। तो जंतुओं के शरीर दे विच बहुत सारे नाइट्रोजीनस पदार्थ होंदे है, जिवें कि उस विच अमोनीया हैगा, यूरिया हैगा, यूरिक एसिड हैगा। तो ये सारे नाइट्रोजीनस पदार्थ शरीर विचों त्यागने जरूरी है, नहीं तो यही अपने शरीर विच स्टोन बन जाते हैं, कई बार पत्थरियां बन जांदियां, वो इसे दियां ही बनदियां। यूरिक एसिड करके तो कई बार अपने हत्थां पैरां दे विच छोटे छोटे पटाके भी निकलते रहंदे, दर्द हुंदा हैगा जिथे जॉइंट हुंदे आ, वो यूरिक एसिड करके हुंदा है। उस दे बचाव लई दस्सिया जांदा, कहंदे वध तों वध पानी पीओ, यूरिक एसिड जिहड़ा हैगा वो नहीं बनदा। तो ये सीगा जंतुओं विच परिवहन। हुण पौदिਆਂ विच परिवहन की आपां गल करांगे। पौदिਆਂ विच परिवहन दे लई मनुੱਖ वांगू या होर जंतुओं वांगू कोई खास जिहड़े हैगे उन्हां विच अंग नहीं हुंदे, पर उन्हां विच फालतू पदार्थां नूं, पहली गल तां उन्हां विच फालतू पदार्थ किहड़े-किहड़े बने, जदों पौदिਆਂ विच प्रकाश संश्लेषण क्रिया हुई तो प्रकाश संश्लेषण क्रिया दौरान उन्हां विच भोजन पैदा हुंदा है, भोजन तो स्टोर कर लेंदे आ, ते नाल ही उन्हां विचों पैदा हुंदी है ऑक्सीजन, जिहड़ी उस वेले फालतू हुंदी है प्रकाश संश्लेषण वेले। पर उस वेले जे उस विच साह क्रिया हो रही है तो साह क्रिया के दौरान पौधे जिहड़े हैगे आ ऑक्सीजन लैणगे तो कार्बन डाइऑक्साइड छड्डणगे। वो कार्बन डाइऑक्साइड उस साह क्रिया वेले फालतू है, पर इन्हां लई ओवरऑल वो दोनों गैसां फालतू नहीं हुंदियां, वो दोनों ही ये वरतदे रहिंदे आ। इहदे नाल ही पौदिਆਂ ਦੀਆਂ ਜਿਹੜੀਆਂ जड़ां हुंदियां वो जमीन विचों प्रसरण विधि नाल पानी लैंदियां, ते वो पानी दे विच कई तरह के नमक हुंदे आ, तो पानी दे विच घुले होण करके वो नमक भी जिहड़े पत्तिਆਂ तक पहुँच जाते हैं। वो नमक जिहड़े आ भोजन दे उसनूं बनाउण दे विच बहुत ज़्यादा मदद करते हैं। इस करके इन्हां भोजन पदार्थां दे विच उन्हां नमक की या बहुत सारे उन्हां खनिजां की जरूरत हुंदी है। तो पौदिਆਂ विच कोई खास वहणियां नहीं हुंदियां। हाँ, पौदिਆਂ विच एक जरूर जिहड़े जमीन विचों पानी पत्तिਆਂ तक ले जाण दे लई उन्हां विच जाइलम टिशू हुंदे, जिन्हां नूं वहणी टिशू कहंदे आ। तो जो पत्तिਆਂ विच भोजन बन जाता वो पौधे के सारे हिस्सों तक पहुँचना है, तो वो किस नाल पहुँचना, वो पहुँचना है फ्लोइम के राही। आ एक चित्र है जिस दे विच तुसीं जाइलम वहणियां देख सकते हैं। ये जिहड़ियां जाइलम वहणियां हैगियां, इन्हां दा काम जड़ां राही पानी नूं सोख के पत्तिਆਂ तक लैके जाना है। आ एक चित्र है जिस दे विच तुसीं दो तरह दीयां वहणियां दा काम देख रहे हैं, जिहड़ियां नीले रंग दीयां हैगियां, ये तो खनिज ते पानी लैके जा रही पत्ते तक। जो पत्तिਆਂ विच भोजन बन गया तो फ्लोइम जिहड़े वहणी टिशू है लाल रंग के एरो नाल इंडीकेट किए हुए आ। ये सारे हिस्सों नूं, चाहे पौधे की टहनी कोई भी हैगी या पौधे दीयां जड़ां हैगियां, उन्हां सारिਆਂ नूं भोजन पहुँचाउण दा काम करते हैं। तो ये जाइलम चैनल ते नलियां जिहड़ियां हैगियां ये जाल बनाउंदियां, जिहड़ियां जड़ां नूं तणे अते शाखावां दे माध्यम नाल पत्तिਆਂ नूं जोड़दियां। तो भोजन का संश्लेषण आप पहला पढ़ ही चुके हैं, वो कित्थे हुंदा हैगा पौदिਆਂ विच, उन्हां दे पत्तिਆਂ विच, ते ये भोजन स्टार्च के रूप में जमा हुंदा हैगा। हुण एक अपने कोल क्रिया हैगी आ जिस विच आपां देखांगे, आपां दो एक आलू नूं उसदी उपरली छिलत ला के उसदे एक सिरे नूं कट के चपटा आधार बना लेना। हुण दूजे सिरे ते एक डूंगी खोड़ बनाओ, खोड़ नूं जिहड़ा हैगा उसदे खंड के खोल नाल अद्धा भर लो, मतलब खंड के घोल दे नाल अद्धे तक भर लेना आपां। हुण आलू विच एक पिन लगा के घोल के पत्तर का निशान लाना, जिथे वो घोल हैगा उत्थे आपां पिन ला के निशान ला देना, जिवें तुसीं आ देख रहे हो पिन लाया होया, इत्थों तक लैवल आ घोल का। तो ये यकीन कर लो कि जिहड़ा बीकर विच पानी का पੱਧਰ है पिन के पੱਧਰ तो हेठां ना होवे। तो कुछ घंटे पिया रहन दो, कुछ घंटिਆਂ बाद आपां की देखांगे, आलू की खोड़ दे विचों खंड के घोल का पੱਧਰ वध गया, क्योंकि उस आलू नूं आपां एक अजिही जिहड़ी गिलास की डिश सीगी उस बीकर दे विच रखिया सी, जिहदे च पानी पहलां ही पाया होया सीगा। पानी जिहड़ा हैगा घट संघन दा तो पानी जिहड़ा हैगा एक सैलों तो हुंदा होया सैल वाइज इहदे अंदर पहुँच गया, थल्लों दी हुंदा होया। इस तरह ही जिहड़ा
ਪੌਦਿਆਂ ਵਿੱਚ ਵੀ ਪਾਣੀ ਇਸੇ ਤਰ੍ਹਾਂ ਹੀ ਵਹਿੰਦਾ ਹੈ, ਜਿਹਨੂੰ ਆਪਾਂ ਵਾਸ਼ਪ ਉਤਸਰਜਨ ਦੀ ਵਿਧੀ ਨਾਲ ਫਾਲਤੂ ਪਾਣੀ ਪੌਦਿਆਂ ਵਿੱਚੋਂ ਬਾਹਰ ਨਿਕਲ ਜਾਂਦਾ ਹੈ। ਪੌਦੇ ਦੀਆਂ ਜੜ੍ਹਾਂ ਰਾਹੀਂ ਪਾਣੀ ਸੋਖਿਆ ਜਾਂਦਾ, ਜਿਸ ਵਿੱਚ ਬਹੁਤ ਜ਼ਿਆਦਾ ਖਣਿਜ ਹੁੰਦੇ ਆ ਅਤੇ ਉਹ ਪਾਣੀ ਪੱਤਿਆਂ ਤੱਕ ਪਹੁੰਚਦਾ ਹੈ ਅਤੇ ਪੱਤਿਆਂ ਵਿੱਚ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਪੂਰੀ ਹੁੰਦੀ ਹੈ। ਜਦੋਂ ਪੱਤਿਆਂ ਵਿੱਚ ਭੋਜਨ ਜਮ੍ਹਾਂ ਹੋ ਜਾਂਦਾ, ਫਿਰ ਉਹਦੇ ਕੋਲ ਜਿਹੜਾ ਫਾਲਤੂ ਪਾਣੀ ਹੁੰਦਾ ਹੈ ਉਹ ਵਾਪਸ ਜੜ੍ਹਾਂ ਨੂੰ ਨਹੀਂ ਭੇਜ ਸਕਦਾ ਗਾ, ਕਿਉਂਕਿ ਉਸ ਪ੍ਰਕਾਸ਼ ਸੰਸਲੇਸ਼ਨ ਕਿਰਿਆ ਦੇ ਦੌਰਾਨ ਪੱਤਿਆਂ ਦੇ ਵਿੱਚ ਗਰਮੀ ਵੀ ਪੈਦਾ ਹੁੰਦੀ ਹੈ। ਉਹ ਗਰਮੀ ਕਰਕੇ ਜਿਹੜਾ ਪਾਣੀ ਆ ਉਹ ਵਾਸ਼ਪਾਂ ਵਿੱਚ ਬਦਲੀ ਜਾਂਦਾ ਹੈ ਅਤੇ ਉਹ ਪੱਤੇ ਦੇ ਸਟੋਮੈਟਾ ਦੇ ਰਾਹੀਂ ਉਹ ਵਾਸ਼ਪ ਜਿਹੜੇ ਹੈਗੇ ਆ ਉਹ ਬਾਹਰ ਆ ਜਾਂਦੇ ਆ, ਜਿਹਦੇ ਨਾਲ ਪੌਦੇ ਦਾ ਅੰਦਰਲਾ ਹਿੱਸਾ ਠੰਡਾ ਵੀ ਹੋ ਜਾਂਦਾ ਹੈ। ਇਸ ਵਿਧੀ, ਜਿਸ ਵਿਧੀ ਨਾਲ ਪੌਦੇ ਵਿੱਚੋਂ ਜਿਹੜਾ ਫਾਲਤੂ ਪਾਣੀ ਹੈ ਜੋ ਪ੍ਰਕਾਸ਼ ਸੰਸਲੇਸ਼ਨ ਕਿਰਿਆ ਲਈ ਵਰਤਿਆ ਗਿਆ, ਉਹ ਵਾਸ਼ਪਾਂ ਦੇ ਰੂਪ ਵਿੱਚ ਉਸ ਤੋਂ ਬਾਹਰ ਕੱਢਿਆ ਜਾਂਦਾ। ਇਸ ਵਿਧੀ ਨੂੰ ਵਾਸ਼ਪ ਉਤਸਰਜਨ ਵਿਧੀ ਕਹਿੰਦੇ ਆ। ਵਾਸ਼ਪ ਉਤਸਰਜਨ ਵਿਧੀ ਜਦੋਂ ਹੋਵੇਗੀ, ਮਤਲਬ ਜਦੋਂ ਜੜ੍ਹਾਂ ਰਾਹੀਂ ਪਾਣੀ ਪੱਤਿਆਂ 'ਚੋਂ ਬਾਹਰ ਨਿਕਲੇਗਾ ਵਾਸ਼ਪ ਬਣ ਕੇ, ਤਾਂ ਨਵਾਂ ਪਾਣੀ ਥੱਲੋਂ ਹੋਰ ਸੋਖਿਆ ਜਾਵੇਗਾ। ਇਹ ਵਾਸ਼ਪ ਉਤਸਰਜਨ ਵਿਧੀ ਦੀ ਇੰਪੋਰਟੈਂਸ ਹੈ। ਤਾਂ ਇਹ ਸੀਗਾ ਆਪਣਾ ਜਿਹੜਾ ਪਾਠ, ਜਿਸ ਦਾ ਨਾਮ ਸੀਗਾ ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਿਨ। ਤੁਸੀਂ ਕਿਤਾਬ 'ਤੇ ਆ ਵੀ ਜ਼ਰੂਰ ਪੜ੍ਹਨੇ ਆ, ਜਿੱਥੇ ਆਪਾਂ ਤੁਸੀਂ ਕੀ ਸਿੱਖਿਆ, ਕਿਉਂਕਿ ਇਹਦੇ 'ਚ ਇਸ ਪਾਠ ਦਾ ਪੂਰਾ ਨਿਚੋੜ ਹੈਗਾ। ਇਸੇ ਤਰ੍ਹਾਂ ਬਹੁਤ ਸਾਰੀਆਂ ਐਕਸਰਸਾਈਜ਼ ਹੈ। ਇਹ ਪ੍ਰਸ਼ਨ ਤੁਹਾਨੂੰ ਆਲਰੇਡੀ ਭੇਜੇ ਜਾ ਚੁੱਕੇ ਆ ਅਤੇ ਤੁਸੀਂ ਉਹ ਨੋਟ ਕਰ ਲੈਣੇ। ਧੰਨਵਾਦ।